ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਹੈ। ਇਸ ਧਰਤੀ ਤੇ ਸ੍ਰੀ ਗੋਂਦਵਾਲ ਸਾਹਿਬ ਜਿਸ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ, ਇੱਥੇ ਦੇ ਜੰਮਪਲ ਗਿਆਨੀ ਸਵਰਨ ਸਿੰਘ ਜੀ ਜਿਨ੍ਹਾਂ ਨੇ ਗੁਰਦੁਆਰਾ ਬੌਲੀ ਸਾਹਿਬ ਲੰਮਾ ਸਮਾਂ ਕੀਰਤਨ ਦੀ ਡਿਊਟੀ ਨਿਭਾਈ। ਅਸੀਂ ਇਸ ਨਗਰ ਵਿਖੇ ਪਹੁੰਚ ਚੁੱਕੇ ਹਾਂ ਜਿੱਥੇ ਗਿਆਨੀ ਸਵਰਨ ਸਿੰਘ ਜੀ ਗੋਂਦਵਾਲ ਸਾਹਿਬ ਦੀ ਧਰਤੀ ਤੇ ਪੈਦਾ ਹੋਏ। ਇੱਥੇ ਵੱਡੇ ਹੋ ਕੇ ਪੜ੍ਹ ਲਿਖ ਕੇ ਰਾਗੀ ਦੀ ਡਿਊਟੀ ਕੀਤੀ। ਇਹ ਗੋਂਦਵਾਲ ਸਾਹਿਬ ਜਿਸ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ, ਇਹ ਧਰਤੀ 8 ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ, ਜਿਸ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਹੁਕਮ ਨਾਲ ਸ੍ਰੀ ਗੁਰੂ ਅਮਰਦਾਸ ਜੀ ਨੇ ਵਸਾਇਆ। ਲੰਗਰ ਦੀ ਪ੍ਰਥਾ ਚਲਾਈ। ਇੱਥੋਂ ਹੀ ਵਿਸਾਖੀ ਦੇ ਪੁਰਬ ਦਾ ਆਗਮਨ ਹੋਇਆ। ਇੱਥੋਂ ਵਿਸਾਖੀ ਮਨਾਉਣ ਦਾ ਜਿਹੜਾ ਉਹ ਆਗਮਨ ਹੋਇਆ, ਇਹ ਵਿਸਾਖੀ ਸਭ ਤੋਂ ਪਹਿਲਾਂ ਸ੍ਰੀ ਗੋਂਦਵਾਲ ਸਾਹਿਬ ਮਨਾਈ ਗਈ। ਸੋ ਗੁਰੂ ਪਿਆਰਿਓ, ਅਸੀਂ ਸ੍ਰੀ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਪਹੁੰਚ ਚੁੱਕੇ ਹਾਂ, ਜਿੱਥੇ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਦਾ ਇਹ ਸਥਾਨ ਮੰਨਿਆ ਜਾਂਦਾ ਹੈ। ਬਾਬਾ ਮੋਹਨ ਜੀ ਤੋਂ ਸੈਂਚੀਆਂ ਲੈਣ ਲਈ ਵੀ ਗੁਰੂ ਸਾਹਿਬ ਇੱਥੇ ਹੀ ਆਏ। ਹਾਂਜੀ, ਅਸੀਂ ਪਹੁੰਚ ਚੁੱਕੇ ਹਾਂ ਭਾਈ ਸਾਹਿਬ ਭਾਈ ਸਵਰਨ ਸਿੰਘ ਜੀ ਗੁਰਦੁਆਰਾ ਬੌਲੀ ਸਾਹਿਬ ਸ੍ਰੀ ਗੋਂਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਦੀ ਧਰਤੀ 'ਤੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਚੁੱਕੇ ਹਾਂ। ਅਤੇ ਆਓ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਗਿਆਨੀ ਸਵਰਨ ਸਿੰਘ ਜੀ ਰਾਗੀ ਗੁਰਦੁਆਰਾ ਬੌਲੀ ਸਾਹਿਬ ਸ੍ਰੀ ਗੋਂਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ। ਹਾਂਜੀ, ਅਸੀਂ ਅਨਮੋਲ ਅਸੀਸ ਕ੍ਰੀਏਸ਼ਨ YouTube ਚੈਨਲ ਵੱਲੋਂ ਸ੍ਰੀ ਗੋਂਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਵਿਖੇ ਪਹੁੰਚ ਚੁੱਕੇ ਹਾਂ, ਜਿੱਥੇ ਰਾਗੀ ਭਾਈ ਸਾਹਿਬ ਭਾਈ ਸਵਰਨ ਸਿੰਘ ਜੀ ਜਿਨ੍ਹਾਂ ਨੇ ਲੰਮਾ ਸਮਾਂ ਸ੍ਰੀ ਗੋਂਦਵਾਲ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਸ਼੍ਰੋਮਣੀ ਕਮੇਟੀ ਦੇ ਅਧੀਨ ਬਹੁਤ ਲੰਮਾ ਸਮਾਂ ਡਿਊਟੀ ਨਿਭਾਈ ਹੈ। ਇਹ ਮਹਾਨ ਰਾਗੀ ਇੱਕ ਪਿੰਡ ਤੋਂ ਉੱਠ ਕੇ ਜੋ ਇਹਨਾਂ ਨੇ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ, ਔਰ ਉਹਨਾਂ ਦੇ ਅਸੀਂ ਰਾਗਾਂ ਬਾਰੇ, ਉਹਨਾਂ ਦੇ ਕਿਤਬ ਬਾਰੇ, ਉਹਨਾਂ ਦੀ ਕਿਰਤ ਬਾਰੇ ਜਾਣਾਂਗੇ। ਉਹਨਾਂ ਬਾਰੇ ਵਿਸਥਾਰ ਨਾਲ ਅਸੀਂ ਉਹਨਾਂ ਕੋਲ ਪੁੱਛਾਂਗੇ। ਆਓ ਮਿਲਦੇ ਹਾਂ ਗਿਆਨੀ ਸਵਰਨ ਸਿੰਘ ਜੀ ਰਾਗੀ ਸ੍ਰੀ ਗੋਂਦਵਾਲ ਸਾਹਿਬ ਜਿਨ੍ਹਾਂ ਨੇ ਲੰਮਾ ਸਮਾਂ ਇੱਥੇ ਡਿਊਟੀ ਨਿਭਾਈ ਹੈ। ਹਾਂਜੀ, ਗਿਆਨੀ ਸਵਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਭ ਤੋਂ ਪਹਿਲਾਂ ਜੀ ਆਪ ਜੀ ਨੂੰ ਸਾਡਾ ਸਵਾਲ ਹੈ ਕਿ ਆਪ ਜੀ ਦਾ ਜਨਮ ਕਦੋਂ, ਕਿੱਥੇ ਤੇ ਕਿਹੜੀ ਸਨ ਵਿੱਚ ਹੋਇਆ? ਦਾਸ ਦਾ ਜਨਮ ਜੀ ਸ੍ਰੀ ਗੋਂਦਵਾਲ ਸਾਹਿਬ ਵਿਖੇ ਹਾਂਜੀ 2/10/1956 ਨੂੰ ਸ੍ਰੀ ਗੋਂਦਵਾਲ ਸਾਹਿਬ ਵਿਖੇ ਹੋਇਆ ਜੀ। ਆਪ ਜੀ ਦੇ ਮਾਤਾ ਪਿਤਾ ਦਾ ਨਾਮ? ਮੇਰੀ ਮਾਤਾ ਜੀ ਦਾ ਨਾਮ ਪ੍ਰਸੰਨ ਕੌਰ ਸੀ ਔਰ ਪਿਤਾ ਜੀ ਦਾ ਨਾਮ ਨਰੈਣ ਸਿੰਘ ਸੀ। ਠੀਕ ਹੈ ਜੀ। ਤੁਸੀਂ ਪੜ੍ਹਾਈ ਕਿੱਥੋਂ ਤੱਕ ਕੀਤੀ? ਕੁਛ ਗਰੀਬੀ ਦੇ ਕਾਰਨ ਕਰਕੇ ਕੁਛ ਬਿਮਾਰ ਹੋ ਗਿਆ ਸੀ, ਇਸ ਕਰਕੇ ਮੈਂ ਪੜ੍ਹ ਨਹੀਂ ਸਕਿਆ ਤੇ ਉਹ ਮੈਂ 5 ਜਮਾਤਾਂ ਪੜ੍ਹਿਆ ਜੀ ਇੱਥੇ ਗੋਂਦਵਾਲ ਸਾਹਿਬ? ਗੋਂਦਵਾਲ ਸਾਹਿਬ। ਠੀਕ ਹੈ ਜੀ। ਤੇ ਤੁਹਾਡਾ ਬਚਪਨ ਕਿਸ ਤਰ੍ਹਾਂ ਬੀਤਿਆ? ਤੁਸੀਂ ਕਿਹਾ ਵੀ ਅਸੀਂ ਬਿਮਾਰ ਹੋਣ ਕਰਕੇ ਪੜ੍ਹ ਨਹੀਂ ਸਕੇ, ਤੇ ਤੁਹਾਡਾ ਬਚਪਨ ਜਿਹੜਾ ਉਹ ਕਿਸ ਤਰ੍ਹਾਂ ਬੀਤਿਆ? ਬਚਪਨ ਜੀ ਇਸ ਤਰ੍ਹਾਂ ਹੀ ਤੁਹਾਨੂੰ ਦੱਸਿਆ ਵੀ ਇੱਕ ਗਰੀਬ ਘਰਾਂ ਦੇ ਵਿੱਚ ਉੱਠ ਕੇ ਜਾਣਾ ਬਹੁਤ ਮੁਸ਼ਕਿਲ ਹੀ ਹੁੰਦਾ ਹੈ। ਹਾਂਜੀ, ਤੇ ਉਹ ਤੁਹਾਨੂੰ ਪਤਾ ਹੀ ਹੈ ਜੀ। ਠੀਕ ਹੈ ਜੀ। ਤੇ ਮਾਤਾ ਪਿਤਾ ਜੀ ਕੀ ਕੰਮ ਕਰਦੇ ਸਨ? ਮੇਰੇ ਪਿਤਾ ਜੀ ਵੀ ਬਹੁਤ ਪਹਿਲਾਂ ਬਿਮਾਰ ਹੋ ਗਏ, ਜਿਹੜੇ ਕਿ ਵੀ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਦੇ ਦਰ 'ਤੇ ਸੇਵਾ ਕੀਤੀ, ਅਮਰਦਾਸ ਜੀ ਦੇ ਦਰ 'ਤੇ। ਠੀਕ ਹੈ। ਔਰ ਜਦੋਂ ਠੀਕ ਹੋਏ ਤੇ ਸਰਦਾਰ ਬਲੀ ਸਿੰਘ ਹੋਣਾ ਨੇ ਉਹਨਾਂ ਨੂੰ ਉੱਥੇ ਹੀ ਸੇਵਾਦਾਰੀ ਦੀ ਡਿਊਟੀ ਦੇ ਦਿੱਤੀ। ਸਰਦਾਰ ਬਲੀ ਸਿੰਘ ਹੋਰੀ ਉਸ ਵੇਲੇ ਕੀ ਮੈਨੇਜਰ ਸੀ? ਮੈਨੇਜਰ ਸੀ। ਮੈਨੇਜਰ ਸਾਹਿਬ ਨੇ। ਠੀਕ ਹੈ ਜੀ। ਤੇ ਤੁਸੀਂ ਕਿੰਨੇ ਭੈਣ ਭਰਾ ਹੋ? ਅਸੀਂ 4 ਭਰਾ ਤੇ 2 ਭੈਣਾਂ ਸੀ ਜੀ। ਹਾਂਜੀ। ਜਿਨ੍ਹਾਂ ਦੇ ਵਿੱਚੋਂ ਇਸ ਵੇਲੇ 2 ਭਰਾ ਤੇ 1 ਭੈਣ ਜਾ ਚੁੱਕੇ ਆ ਜੀ, ਸੁਰਗਵਾਸ ਹੋ ਗਏ ਨੇ। ਠੀਕ ਹੈ।
ਤੁਸੀਂ ਰਾਗੀ ਦੀ ਸੇਵਾ ਤੋਂ ਸੇਵਾ ਮੁਕਤ ਹੋਏ ਜੇ। ਇੱਥੇ ਗੋਂਦਵਾਲ ਸਾਹਿਬ ਤੁਸੀਂ ਕਿੰਨੇ ਚਿਰ ਸੇਵਾ ਨਿਭਾਈ ਤੇ ਹੋਰ ਕਿੱਥੇ ਕਿੱਥੇ ਨਿਭਾਈ? ਦਾਸ ਨੇ 28 ਸਾਲ ਮਹਾਰਾਜ ਦੇ ਚਰਨਾਂ ਵਿੱਚ ਜੀ ਸੇਵਾ ਦੀ ਡਿਊਟੀ ਕੀਤੀ। ਡਿਊਟੀ ਦੇ ਦੌਰਾਨ ਦਾਸ ਨੇ ਕਦੇ ਵੀ ਮਨ ਵੀ ਇੰਨੀ ਨੁੱਕੀ ਨਹੀਂ ਕੀਤੀ ਕਿ ਮੈਂ ਡਿਊਟੀ ਨੂੰ ਨਹੀਂ ਕਰਾਂਗਾ। ਕਰਾਂਗਾ ਹਾਂਜੀ ਜਾਂ ਕੋਈ ਕਤਾਈ ਕਰਾਂ? ਹਾਂਜੀ, ਕਤਾਈ ਕਰਾਂ। ਬਿਲਕੁਲ ਜੀ, ਵਧੀਆ। ਮੈਂ ਦਾਸ ਮਨ ਵੀ ਹਰ ਵੇਲੇ ਮਨ ਵੀ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਰਹਿੰਦਾ ਸੀ। ਜਦੋਂ ਵੀ ਕੋਈ ਹੁਕਮ ਹੁੰਦਾ ਸੀ ਤੇ ਦਾਸ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੁੰਦਾ ਸੀ ਜੀ। ਤੇ ਦਾਸ ਦੇ 28 ਸਾਲਾਂ ਦੇ ਵਿੱਚ ਆਪ ਜੀ ਨੂੰ 2-2.5 ਮਹੀਨੇ ਦੀ ਛੁੱਟੀ ਮਿਲੂਗੀ। ਦਾਸ ਨੇ ਕਦੀ ਛੁੱਟੀ ਨਹੀਂ ਕੀਤੀ। ਠੀਕ ਹੈ, ਬਹੁਤ ਵਧੀਆ ਜੀ। ਹਾਂਜੀ ਤੁਸੀਂ ਰਾਗੀ ਦੀ ਸੇਵਾ ਇੱਥੇ ਨਿਭਾਈ 28 ਸਾਲ। ਜੀ। ਇਸ ਤੋਂ ਪਹਿਲਾਂ ਤੁਸੀਂ? ਇਸ ਤੋਂ ਪਹਿਲਾਂ ਦਾਸ 18 ਸਾਲ ਲੁਧਿਆਣੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਦਾਸ ਨੇ ਕੀਰਤਨ ਕੀਤਾ ਹੈ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦਿੱਲੀ ਸੀਸਗੰਜ ਸਾਹਿਬ ਵਿਖੇ, ਸੀਸਗੰਜ ਸਾਹਿਬ ਤੋਂ ਬਾਅਦ ਬੰਬੇ 1 ਸਾਲ ਇਹ ਦਾਸ ਨੇ ਮਲਵੀ ਸੇਵਾ ਨਿਭਾ ਕੇ ਲੁਧਿਆਣਾ ਤੋਂ, ਦਿੱਲੀ ਸੀਸਗੰਜ ਸਾਹਿਬ ਤੋਂ ਔਰ ਬੰਬੇ ਤੋਂ ਹੁੰਦੇ ਹੋਏ ਸੇਵਾ ਨਿਭਾਉਂਦੇ ਹੋਏ ਕੀਰਤਨ ਦੀ 28 ਸਾਲ ਆ ਕੇ ਮਹਾਰਾਜ ਦੇ ਚਰਨਾਂ 'ਚ ਫਿਰ ਇੱਥੇ। ਦਿੱਲੀ ਜਦੋਂ ਤੁਸੀਂ ਉੱਥੇ ਕੰਮ ਕਰਦੇ ਰਹੇ ਬਤੌਰ ਰਾਗੀ, ਉਹ ਤੁਸੀਂ ਸ਼੍ਰੋਮਣੀ ਕਮੇਟੀ ਵੱਲੋਂ ਗਏ ਜਾਂ ਉਸ ਤਰ੍ਹਾਂ ਓਪਨ ਕਰਦੇ ਰਹੇ? ਨਹੀਂ ਜੀ, ਅਸੀਂ ਉੱਥੇ ਇੰਟਰਵਿਊ ਦੇ ਕੇ ਤੇ ਆਪ ਮਲਵੀ ਖੁਦ ਮਲਵੀ। ਹਾਂਜੀ, ਉਹ ਕਮੇਟੀ ਸ਼੍ਰੋਮਣੀ ਕਮੇਟੀ ਨਹੀਂ ਸੀ ਨਾ, ਦਿੱਲੀ ਨਹੀਂ ਕਮੇਟੀ? ਨਹੀਂ, ਹਾਂਜੀ, ਦਿੱਲੀ ਕਮੇਟੀ ਦੇ ਵੱਖਰੀ ਲਈ। ਕਮੇਟੀ। ਠੀਕ ਹੈ ਜੀ। ਤੁਸੀਂ ਇਹ ਜਿਹੜੀ ਸਿੱਖਿਆ ਆ ਤੁਹਾਡਾ ਕੀਰਤਨ ਤੁਸੀਂ ਜੀ, ਇਹ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਤੁਹਾਡਾ ਸ਼ੌਕ ਕਿਵੇਂ ਬਣਿਆ ਹੈ ਤੁਹਾਡਾ? ਕਿਸ ਤਰ੍ਹਾਂ ਸ਼ੌਕ ਬਣਿਆ? ਇਸ ਤਰ੍ਹਾਂ ਜੀ, ਸਾਡੇ ਕੁਝ ਰਿਸ਼ਤੇਦਾਰ ਸੀਗੇ ਜਿਹੜੇ ਕਿ ਮਲਵੀ ਉਹ ਰਾਗੀ ਸਿੰਘ ਸੀ। ਹਾਂਜੀ ਤੇ ਮੈਨੂੰ ਉਹ ਬਚਪਨ ਤੋਂ ਹੀ ਮਲਵੀ 14-15 ਸਾਲ ਦੇ ਸੀ ਜਦੋਂ ਮੈਨੂੰ ਉਹ ਲੈ ਗਏ। ਤੇ ਪਰ ਉਹਨਾਂ ਕੁਛ ਮਨ ਦੇ ਵਿੱਚ ਖੋਟ ਰੱਖਣ ਕਰਕੇ ਹਾਂਜੀ। ਤੇ ਪੂਰਾ ਮਲਵੀ ਮੈਨੂੰ ਉਹ ਹੁਣ ਹੈ ਜੀ ਦੁਨੀਆ ਤੇ? ਨਹੀਂ ਜੀ, ਉਹ ਇਸ ਤੋਂ ਕੁਛ ਕਰ ਗਏ ਨੇ। ਪਰ ਦਾਸ ਨੇ ਉਹਨਾਂ ਦੀ ਸੇਵਾ ਇੰਨੀ ਕੁ ਕੀਤੀ ਕਿ ਜਿਸ ਦਾ ਫਲ ਮੈਨੂੰ ਉਹ ਸੇਵਾ ਦਾ। ਠੀਕ ਹੈ ਜੀ, ਸੇਵਾ ਦਾ ਫਲ ਤੁਹਾਨੂੰ ਪ੍ਰਾਪਤ ਹੋਇਆ। ਹਾਂਜੀ। ਉਹਨਾਂ ਦਾ ਕੋਈ ਪਰਿਵਾਰ ਜਿਨ੍ਹਾਂ ਤੋਂ ਤੁਸੀਂ ਸਿੱਖਦੇ ਰਹੇ, ਉਹਨਾਂ ਮਨ ਵਿੱਚ ਮੰਨ ਲਓ ਕੋਈ ਭਾਵਨਾ ਐਸੀ ਰੱਖੀ ਕਿ ਇਹ ਸਿੱਖ ਕੇ ਵੀ ਹੋਰ ਵਧੀਆ ਨਾ ਕਰਨ? ਹਾਂਜੀ। ਤੇ ਉਹਨਾਂ ਦੇ ਪਰਿਵਾਰ ਚੋਂ ਕੋਈ ਹੁਣ ਕਰ ਰਿਹਾ ਇਹ ਕੰਮ? ਉਹਨਾਂ ਦੇ ਪਰਿਵਾਰ ਚੋਂ ਕੋਈ ਰਾਗੀ ਹੈ? ਨਾ, ਉੱਦਾਂ ਦੇ ਇੱਕ ਬੱਚੇ ਹੈਗੇ ਆ ਪਰ ਉਹ ਲੁਧਿਆਣੇ ਹੀ ਆ। ਲੁਧਿਆਣੇ ਹੈ? ਹਾਂਜੀ। ਤੇ ਤੁਸੀਂ ਸਿੱਖਿਆ ਉੱਥੇ ਲੁਧਿਆਣੇ ਪ੍ਰਾਪਤ ਕੀਤੀ? ਜੀ ਜੀ। ਠੀਕ ਹੈ ਜੀ। ਕੋਈ ਸਭ ਤੋਂ ਪਹਿਲਾਂ ਤੁਹਾਨੂੰ ਸ਼ੌਕ ਜਦੋਂ ਪੈਦਾ ਹੋਇਆ, ਉਹ ਲੈ ਗਏ ਤੁਹਾਨੂੰ, ਉਹ ਤੋਂ ਪਹਿਲਾਂ ਕਦੀ ਸਕੂਲ 'ਚ ਛੋਟੇ ਹੁੰਦਿਆਂ ਕਈ ਕਵੀ ਦਰਬਾਰ ਹੋਣਾ ਜਾਂ ਕੁਛ ਹੋਣਾ ਇਸ ਤਰ੍ਹਾਂ ਦਾ ਕੋਈ ਤੁਹਾਡੇ ਹੋਇਆ ਕਿ ਤੁਸੀਂ ਕਿਤੇ ਗਾਇਆ ਹੋਵੇ? ਮਤਲਬ ਵੀ ਗਾਣੇ ਗੁਣੇ ਚੱਲਦੇ ਰਹਿੰਦੇ ਸੀ। ਹਾਂਜੀ। ਸਕੂਲ ਦੇ ਵਿੱਚ ਜਦੋਂ ਉਹ ਐਤਵਾਰ ਜਾਂ ਹਾਂਜੀ, ਸ਼ਨੀਵਾਰ ਕਵੀ ਦਰਬਾਰ ਲੱਗਦਾ। ਹਾਂਜੀ, ਸ਼ਨੀਵਾਰ ਨੂੰ। ਹਾਂਜੀ। ਠੀਕ ਹੈ ਜੀ, ਉੱਥੇ ਬੋਲਦੇ ਰਹੇ ਜੀ। ਜਦੋਂ ਤੁਸੀਂ ਜਿਹੜਾ ਇਹ ਟ੍ਰੇਨਿੰਗ ਲਈ ਰਾਗੀ ਦੀ ਜੀ ਜੀ। ਜਾਂ ਸੰਗੀਤ ਦੀ, ਇਹ ਤੁਹਾਨੂੰ ਉਹ ਲੈ ਗਏ, ਉਹ ਤੁਹਾਨੂੰ ਕਿੰਨਾ ਕੁ ਸਿਖਾਉਂਦੇ ਰਹੇ? ਸਭ ਤੋਂ ਪਹਿਲਾਂ ਕੀ ਉਹਨਾਂ ਤੁਹਾਨੂੰ ਸਿਖਾਇਆ ਜਾਂ ਤੁਸੀਂ ਕਿਹੜਾ ਸ਼ਬਦ ਪਹਿਲਾਂ ਪੜ੍ਹਿਆ ਉਦੋਂ ਉਹਨਾਂ ਤੋਂ ਸਿੱਖ ਕੇ, ਉਹ ਤੁਹਾਨੂੰ ਚੇਤਾ ਕੁਛ? ਪਹਿਲਾਂ ਦਾਸ ਨੇ ਜੀ ਤਬਲੇ ਦੀ ਮਿਹਨਤ ਕੀਤੀ ਥੋੜੀ ਜੀ। ਠੀਕ ਹੈ ਜੀ। ਉਹਦੇ ਵਿੱਚ ਵੀ ਉਹਨਾਂ ਪੂਰਾ ਨਹੀਂ ਮਨ ਵੀ ਕੀਤਾ। ਠੀਕ ਹੈ ਜੀ। ਉਸ ਤੋਂ ਬਾਅਦ ਜਿਵੇਂ ਕਿ ਆਪਾਂ ਬੈਠੇ ਹੁੰਦੇ ਆ, ਮਤਲਬ ਵੀ ਰਾਗੀ ਸਿੰਘ ਬੈਠੇ ਆ ਜਾਂ ਤੁਸੀਂ ਹੋਰ ਕੋਈ ਆ ਗਿਆ ਹਾਂਜੀ। ਤੇ ਉਹਦੇ ਨਾਲ ਰਲ ਮਿਲ ਕੇ ਵੀ ਸ਼ਬਦ ਕੱਢ ਲਏ 4-5। ਠੀਕ ਹੈ ਜੀ। ਬਸ ਉਹੀ ਮੇਰੇ ਕੋਲ ਸੀ। ਬਾਕੀ ਜੋ ਸੀਗਾ ਉਹ ਮੇਰੇ ਇੱਕ ਸਿੰਘ ਆ ਗਿਆ ਜਿਹੜੇ ਕਿ ਅੱਜ ਕੱਲ੍ਹ ਦਵਿੰਦਰ ਸਿੰਘ ਸੋਢੀ ਨੇ, ਜਿਨ੍ਹਾਂ ਦੇ ਨਾਲ ਲੁਧਿਆਣੇ ਵਾਲੇ। ਹਾਂਜੀ, ਹਾਂਜੀ। ਉਹਨਾਂ ਦੇ ਨਾਲ ਇੱਕ ਹੈੱਡ ਆਇਆ ਸੀ, ਭਾਈ ਰਸਪਾਲ ਸਿੰਘ ਜੀ, ਸੂਰਮਾ ਸਿੰਘ ਸੀ। ਠੀਕ ਹੈ ਜੀ। ਉਹਨਾਂ ਨੇ ਮੈਨੂੰ ਆਪਣੇ ਨਾਲ ਰੱਖ ਲਿਆ। ਠੀਕ ਹੈ ਜੀ। ਉਹਨਾਂ ਦੇ ਨਾਲ ਫਿਰ ਮੈਂ ਬਾਅਦ ਦੇ ਵਿੱਚ ਡਿਊਟੀ ਕੀਤੀ। ਡਿਊਟੀ ਪਹਿਲਾਂ ਵੀ ਮੈਂ ਉਹਨਾਂ ਦੇ ਰਾਗੀ ਸਿੰਘ ਨਾਲ ਵੀ ਕੀਤੀ, ਜਿਨ੍ਹਾਂ ਨੇ ਮੈਨੂੰ ਸਿਖਾਇਆ ਸੀ। ਹਾਂਜੀ। ਉਹਨਾਂ ਨਾਲ ਮੈਂ ਤਬਲੇ ਦੀ ਡਿਊਟੀ ਕੀਤੀ। ਪਰ ਰਾਗੀ ਜਸਪਾਲ ਸਿੰਘ ਉਹਨਾਂ ਦੇ ਨਾਲ ਮੈਂ ਸਾਈਡ ਵਾਜੇ ਤੇ ਵੀ ਕੰਮ ਕੀਤਾ। ਠੀਕ ਹੈ ਜੀ। ਸਭ ਤੋਂ ਪਹਿਲਾਂ ਜਦੋਂ ਤੁਸੀਂ ਇਕੱਲਿਆਂ ਨੇ ਕਿਤੇ ਸ਼ਬਦ ਪੜ੍ਹਿਆ, ਜੀ। ਉਹ ਕਿਹੜਾ ਸ਼ਬਦ ਸੀ ਜਿਹੜਾ ਤੁਸੀਂ ਸਭ ਤੋਂ ਇਕੱਲਿਆਂ ਨੇ ਪੜ੍ਹਿਆ? ਜਦੋਂ ਤੁਸੀਂ ਪਹਿਲਾਂ ਤਬਲੇ ਦੀ ਸੇਵਾ ਕਰਦੇ ਰਹੇ ਤੇ ਤਬਲੇ ਦੀ ਸੇਵਾ ਨਿਭਾਈ, ਸਾਈਡ ਤੇ ਫਿਰ ਹੋ ਗਏ, ਸਾਈਡ ਤੋਂ ਬਾਅਦ ਤੁਹਾਨੂੰ ਕਦੀ ਮੌਕਾ ਮਿਲਿਆ ਵੀ ਤੁਸੀਂ ਇਕੱਲਿਆਂ ਨੇ ਕੀਰਤਨ ਕੀਤਾ ਹੋਵੇ, ਤੇ ਸਭ ਤੋਂ ਪਹਿਲਾਂ ਕੋਈ ਚੇਤਾ ਵੀ ਸ਼ਬਦ ਕਿਹੜਾ ਪੜ੍ਹਿਆ? ਸ਼ਬਦ ਜੀ ਮਤਲਬ ਚੇਤਾ ਤਾਂ ਨਹੀਂ ਹੈ, ਹਾਂਜੀ। ਪਰ
ਜਦੋਂ ਮੈਂ ਗੁਰਦੁਆਰਾ ਦੁਖਨਿਵਾਰਨ ਸਾਹਿਬ ਗਿਆ ਸਾਈਡ ਵਾਜੇ ਤੇ ਲੱਗਣ ਹਾਂਜੀ, ਇੱਥੇ ਆਪਣੇ ਲੁਧਿਆਣੇ। ਲੁਧਿਆਣੇ ਜੀ। ਠੀਕ ਹੈ ਜੀ। ਤੇ ਮੇਰਾ ਹੀ ਦੋਸਤ ਜਿਹੜੇ ਨਾਲ ਮਤਲਬ ਵੀ ਅਸੀਂ ਰੋਟੀ ਪਾਣੀ ਇਕੱਠਾ ਬਹਿ ਕੇ ਖਾਣਾ ਪੀਣਾ। ਹਾਂਜੀ। ਪਰ ਜਿਸ ਵਕਤ ਮੈਂ ਉਹਨਾਂ ਕੋਲ ਗਿਆ ਸਾਈਡ ਵਾਜੇ ਤੇ ਰਖਾਉਣ ਵਾਸਤੇ, ਮੇਰਾ ਦੋਸਤ ਸੀਗਾ, ਉਹਦਾ ਮਾਸਟਰ ਪ੍ਰਧਾਨ ਸੀਗਾ। ਅੱਛਾ ਜੀ। ਹਾਂਜੀ, ਲਾਂਬਾ ਸਾਹਿਬ ਸੀ। ਹਾਂਜੀ। ਤੇ ਉਹਨਾਂ ਨੇ ਮੈਨੂੰ ਰਖਾਉਣ ਵਾਸਤੇ ਤੇ ਕਹਿੰਦੇ ਵੀ ਮੇਰੇ ਮਾਸਟਰ ਜੀ ਤੇ ਚਲੋ ਮੈਂ ਤੁਹਾਨੂੰ ਉਹਨਾਂ ਦੇ ਗੱਲਬਾਤ ਕਰਕੇ ਤੇ ਰਖਾ ਦੇਣਾ। ਹਾਂਜੀ। ਜਦੋਂ ਅਸੀਂ ਗਏ ਤੇ ਉਹ ਕਹਿੰਦਾ ਜੀ ਨਹੀਂ, ਮੈਂ ਇਸ ਨੂੰ ਨਹੀਂ ਰੱਖ ਸਕਦਾ। ਅੱਛਾ। ਹਾਂਜੀ, ਬਿਲਕੁਲ ਹੀ ਪਤਾ ਨਹੀਂ ਕਿ ਉਹਦੇ ਮਨ ਦੇ ਵਿੱਚ ਆਇਆ ਕਿ ਨਹੀਂ। ਤੇ ਜਿਹੜੇ ਪ੍ਰਧਾਨ ਸਾਹਿਬ ਸਨ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਬੇਟੇ ਤੂੰ ਇਕੱਲਾ ਕੀਰਤਨ ਕਰ ਸਕਦਾ। ਤੇ ਮੇਰੇ ਮੂੰਹ ਚੋਂ ਗੁਰੂ ਰਮਦਾਸ ਜੀ ਨੇ ਬਖਸ਼ਿਸ਼ ਕੀਤੀ, ਮੇਰੇ ਸਿਰ ਤੇ ਹੱਥ ਰੱਖਿਆ। ਹਾਂਜੀ। ਤੇ ਮੈਂ ਕਿਹਾ ਵੀ ਹਾਂ ਜੀ ਮੈਂ ਡਿਊਟੀ ਕਰਾਂਗਾ ਜੀ। ਬਿਲਕੁਲ। ਹਾਂਜੀ। ਉੱਥੋਂ ਫਿਰ ਮੈਂ ਹੈਡ ਦੀ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ। ਠੀਕ ਹੈ ਜੀ। ਕੋਈ ਸ਼ਬਦ ਉਦੋਂ ਦਾ ਕੋਈ ਸੁਣਾ ਦਿਓ ਸਾਨੂੰ, ਜਿਹੜਾ ਤੁਹਾਨੂੰ ਕੋਈ ਵੀ ਚਾਹੇ ਯਾਦ ਹੋਵੇ, ਜਦੋਂ ਉਦੋਂ ਤੁਸੀਂ ਨਵਿਆਂ ਨੇ ਮਤਲਬ ਜੇ ਸਿੱਖਿਆ ਜਾਂ ਉਦੋਂ ਤੁਸੀਂ ਬੋਲਿਆ, ਉਦੋਂ ਕੋਈ ਨਵਾਂ ਸ਼ਬਦ ਕੋਈ। ਉਸ ਵਕਤ ਜੀ ਮੈਨੂੰ ਯਾਦ ਹੈ ਕਿ ਮੈਂ ਸ਼ਬਦ ਉਹੀ ਸ਼ਬਦ ਪਹਿਲਾਂ ਵੀ ਬਹੁਤ ਵਾਰੀ ਪੜ੍ਹਿਆ ਸੀ। ਹਾਂਜੀ। ਪਰ ਇੱਕ ਦਿਨ ਐਸਾ ਆਇਆ ਕਿ ਜਿਹਦੇ ਵਿੱਚ ਨਾ ਤੇ ਸੰਗਤ ਨੂੰ ਪਤਾ ਰਿਹਾ ਹਾਂਜੀ। ਤੇ ਨਾ ਮੈਨੂੰ ਪਤਾ ਰਿਹਾ। ਹਾਂਜੀ। ਔਰ ਜਿਸ ਵੇਲੇ ਸ਼ਬਦ ਦੀ ਸਮਾਪਤੀ ਹੋਈ, ਹਾਂਜੀ। ਤੇ ਜਦੋਂ ਅੱਖਾਂ ਖੁੱਲੀਆਂ ਤੇ ਮੈਂ ਘੜੀ ਤੇ ਵੇਖਿਆ ਤੇ ਨਾਲ ਹੀ ਆਨੰਦ ਸਾਹਿਬ ਸ਼ੁਰੂ ਕਰ ਦਿੱਤਾ। ਜਿਸ ਵੇਲੇ ਆਨੰਦ ਸਾਹਿਬ ਸ਼ੁਰੂ ਕੀਤਾ ਤੇ ਸੰਗਤਾਂ ਕਹਿਣ ਲੱਗੀਆਂ ਭਾਈ ਸਾਹਿਬ ਜੀ ਰੁਕ ਜੇ, ਪ੍ਰਸ਼ਾਦ ਨਹੀਂ ਆਇਆ ਜੀ। ਅੱਛਾ ਜੀ। ਆਸਥਾ ਕਰ ਦਿਓ। ਠੀਕ ਹੈ। ਉਹ ਮੇਰੀ ਜ਼ਿੰਦਗੀ ਦਾ ਆਖਰੀ ਮੌਕਾ ਸੀ ਕਿ ਜਿਹੜੀ ਮੇਰੀ ਲਿਵ ਸੰਗਤ ਦੀ ਵੀ ਜੁੜ ਗਈ ਔਰ ਮੇਰੀ ਵੀ ਆਪਣੀ। ਹਾਂਜੀ। ਉਹ ਸ਼ਬਦ ਫਿਰ ਗਾਇਨ ਕਰਕੇ ਹਾਂਜੀ। ਇੱਕ ਦੋ ਤੁਕਾਂ ਭਾਵੇਂ ਸੁਣਾਓ। ਹਾਂਜੀ। ਹਾਂਜੀ। ਸਭ ਤੋਂ ਪਹਿਲਾਂ ਇਹ ਸ਼ਬਦ ਤੁਸੀਂ ਪੜ੍ਹਿਆ, ਉਸ ਤੋਂ ਬਾਅਦ ਫਿਰ ਤੁਸੀਂ ਉੱਥੇ ਆਸਾ ਦੀ ਵਾਰ ਦੀ ਡਿਊਟੀ ਕਰਦੇ ਰਹੇ ਜੀ। ਠੀਕ ਹੈ ਜੀ। ਲੁਧਿਆਣੇ ਤੋਂ ਤੁਸੀਂ ਕਿਸ ਸੰਨ ਵਿੱਚ ਇੱਧਰ ਨੂੰ ਜਿਹੜੇ ਉਹ ਵਾਗਾਂ ਮੋੜੀਆਂ? ਮੈਂ ਜੀ 84 ਤੋਂ ਪਹਿਲਾਂ ਆ ਗਿਆ ਸੀ। ਹਾਂਜੀ। ਮੇਰੇ ਮਾਮਾ ਜੀ ਦੀ ਡੈਥ ਹੋ ਗਈ ਸੀ ਅੱਛਾ ਜੀ। ਤੇ ਕੁਝ ਜ਼ਮੀਨ ਦਾ ਝਗੜਾ ਕਰਕੇ ਸਾਨੂੰ ਮੈਨੂੰ ਜੀ ਇੱਥੇ ਆਉਣਾ ਪਿਆ। ਹਾਂਜੀ। ਤੇ ਮੈਂ ਲੋਕ ਦੱਸਦੇ ਨਹੀਂ ਆ, ਪਰ ਮੈਂ ਕੋਈ ਵੀ ਗੱਲ ਜਿਹੜੀ ਆ ਉਹ ਮੈਂ ਛੁਪਾਉਂਦਾ ਨਹੀਂ। ਹਾਂਜੀ। ਦਾਸ ਜਦੋਂ ਨੰਬਰਦਾਰ ਸਾਹਿਬ ਦੇ ਨਾਲ ਜਾਂ ਹੋਰ ਕਿਸੇ ਦੇ ਨਾਲ ਵੀ ਜਾਣਾ ਪੈਂਦਾ ਸੀ ਹਾਂਜੀ। ਸੁਲਤਾਨਪੁਰ ਲੋਧੀ ਜ਼ਮੀਨ ਦੇ ਸਿਲਸਿਲੇ ਵਿੱਚ, ਤੇ ਆਣ ਕੇ ਰਾਤ ਸ਼ਾਮੀ ਥੱਕੇ ਟੁੱਟੇ ਆ ਕੇ ਪੈ ਜਾਣਾ। ਤੇ ਦਾਸ ਦਾ ਨਾਂ ਤੇ ਘਰ ਸੀਗਾ ਤੇ ਨਾ ਬਾਹਰ ਸੀ। ਹਾਂਜੀ। ਤੇ ਦਾਸ ਅਚਾਨਕ ਵੇਲੇ ਦੇ ਵਿੱਚ ਪਿਆ, ਮਤਲਬ ਵੀ ਆਮ ਜਿਹੜੀ ਚਾਰਪਾਈਆਂ ਹੁੰਦੀਆਂ ਸੀ ਸਾਡੇ ਹਾਂਜੀ। ਆ ਮੰਜੇ ਤੇ। ਹਿੱਲੇ। ਹਾਂਜੀ। ਉਹ ਲੱਕੜ ਦੇ ਮੰਜੇ ਹੁੰਦੇ ਸੀ, ਦੀਵਾਨ ਦਾ ਬਣਿਆ ਹੁੰਦਾ ਸੀ। ਦਾਸ ਪਿਆ ਇੰਝ ਆਪਣੀ ਜਾਗੋ ਬੈਠੀ ਹਾਂਜੀ। ਮੱਥੇ ਤੇ ਬਾਹਰ ਆ ਕੇ, ਤੇ ਗੁਰੂ ਸਾਹਿਬ ਆਏ, ਗੁਰੂ ਅਮਰਦਾਸ ਜੀ। ਹਾਂਜੀ। ਇਹਦੇ ਵਿੱਚ ਕੋਈ ਦੋ ਗੱਲ ਨਹੀਂ ਹੈਗੀ। ਹਾਂਜੀ। ਗੁਰੂ ਸਾਹਿਬ ਨੇ ਆ ਕੇ ਮੈਨੂੰ ਇਹ ਆਖਿਆ ਇੱਕ ਵਾਰੀ, ਇਹ ਲਫ਼ਜ਼ ਕਹਿ ਕੇ, ਕਿਵੇਂ ਪਿਆ ਮਰੇ ਕੁੱਤੇ ਵਾਂਗੂ। ਜੀ। ਦਾਸ ਨੂੰ ਉਸ ਵੇਲੇ ਇੱਕ ਝਟਕਾ ਲੱਗਿਆ, ਹਾਂਜੀ। ਕਿਉਂਕਿ ਜੋ ਦਾਸ ਦੇ ਕੰਨਾਂ ਵਿੱਚ ਆਵਾਜ਼ ਪਈ, ਕਹਿੰਦੇ ਏਡਾ ਵੱਡਾ ਗੁਰੂ ਦਾ ਦਰ ਆ, ਤੂੰ ਜਾ ਕੇ ਸੇਵਾ ਨਹੀਂ ਕਰ ਸਕਦਾ।
ਹਾਜ਼ਰੀ ਨਹੀਂ ਭਰ ਸਕਦਾ ਦਰ ਤੇ ਜਾ ਕੇ। ਦਾਸ ਨੇ ਬਹਿ ਕੇ ਕੰਨ ਪਕੜੇ ਔਰ ਮਾਫੀ ਮੰਗੀ ਵੀ ਸਤਿਗੁਰੂ ਜੀ ਮੈਂ ਸਵੇਰ ਤੋਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹਾਂ ਜੀ। ਹਾਂਜੀ ਤੇ ਦਾਸ ਉਸ ਦਿਨ ਤੋਂ ਜਾ ਕੇ ਹਾਜ਼ਰੀ ਭਰਨ ਲੱਗ ਗਿਆ। ਕਦੀ ਦਾਸ ਤਬਲੇ ਦੀ ਸੇਵਾ ਕਰਦਾ ਸੀ, ਕਦੀ ਸ਼ਬਦ ਪੜ੍ਹਨ ਲੱਗ ਜਾਂਦਾ ਸੀ। ਜਿਹੜੇ ਉੱਥੋਂ ਦੇ ਰਾਗੀ ਸਿੰਘ ਸੀ ਪਹਿਲੇ ਬਹੁਤ ਹੀ ਮਹਾਨ ਵਿਦਵਾਨ ਤੇ ਬਹੁਤ ਹੀ ਮਤਲਬ ਗੁਣੀ ਆਦਮੀ ਸੀ, ਠੀਕ ਹੈ ਜਿਨ੍ਹਾਂ ਦੇ ਮੈਂ ਹੱਥਾਂ ਦੇ ਵਿੱਚ ਹੀ ਖੇਡਿਆ ਸੀ ਠੀਕ ਹੈ ਛੋਟੇ ਹੁੰਦਿਆਂ। ਹਾਂਜੀ ਤੇ ਮੈਂ ਉਹ ਵੀ ਥੋੜਾ ਥੋੜਾ ਢਿੱਲੇ ਰਹਿੰਦੇ ਸੀ, ਬਿਮਾਰ ਸਨ। ਹਾਂਜੀ ਤੇ ਅਚਾਨਕ ਇੱਕ ਦਿਨ ਕਹਿਣ ਲੱਗੇ ਵੀ ਪੁੱਤਰ ਤੂੰ ਸੇਵਾ ਕਰੇਂਗਾ ਕੀਰਤਨ ਦੀ। ਹਾਂਜੀ ਮੈਂ ਦਵਾਈ ਦਾਰੂ ਕਰਵਾ ਲਾਂ। ਤੇ ਫਿਰ ਥੋੜੀ ਠੰਡ ਸੀਗੀ ਹਾਂ, ਤੇ ਦਾਸ ਨੇ ਕਿਹਾ ਵੀ ਪਿਤਾ ਜੀ ਕੋਈ ਗੱਲ ਨਹੀਂ, ਤੁਸੀਂ ਆਰਾਮ ਕਰੋ, ਦਵਾਈ ਖਾਓ, ਦਾਸ ਤੁਹਾਡੀ ਡਿਊਟੀ ਕਰੂਗਾ। ਦਾਸ ਨੇ ਉਸ ਦਿਨ ਤੋਂ 8 ਦਿਨ ਦੇ ਦਰਮਿਆਨ 10 ਦਿਨ ਡਿਊਟੀ ਦੀ ਹਾਜ਼ਰੀ ਭਰੀ। ਠੀਕ ਹੈ ਉਹ ਥੋੜੇ ਠੀਕ ਹੋ ਗਏ, ਹਾਂਜੀ ਦਵਾਈ ਖਾਣ ਦੇ ਨਾਲ ਠੀਕ ਹੋ ਗਏ। ਜਿਸ ਵਕਤ ਵੀ ਉਹਨਾਂ ਦਵਾਈ ਖਾਧੀ ਤੇ ਠੀਕ ਹੋਏ ਤੇ ਮੈਨੂੰ ਕਹਿਣ ਲੱਗੇ ਵੀ ਪੁੱਤਰ ਜੀ ਮੈਂ ਹੁਣ ਠੀਕ ਹਾਂ। ਹਾਂਜੀ ਔਰ ਉਹਨਾਂ ਨੇ ਸਵੇਰੇ ਡਿਊਟੀ ਕੀਤੀ ਤੇ ਦਾਸ ਅਚਾਨਕ ਮਤਲਬ ਵੀ ਨਾ ਗਿਆ ਡਿਊਟੀ ਤੇ ਅੱਛਾ ਜੀ ਉਸ ਦਿਨ। ਤੇ ਉਹ ਫਿਰ ਥੋੜੀ ਠੰਡ ਸੀਗੀ, ਠੰਡ ਦੇ ਕਾਰਨ ਉਹ ਬਜ਼ੁਰਗ ਵੀ ਸੀਗੇ ਤੇ ਦਵਾਈ ਵੀ ਬਿਮਾਰ ਵੀ ਸੀ, ਇਸ ਕਰਕੇ ਉਹ ਥੋੜਾ ਮਤਲਬ ਵੀ ਕੰਬਣ ਲੱਗ ਗਏ ਵਿੱਚੇ। ਜੀ ਤੇ ਫਿਰ ਮੈਨੂੰ ਸੁਨੇਹਾ ਭੇਜਿਆ ਕਿ ਪੁੱਤਰ ਜੀ ਤੁਸੀਂ ਮੇਰੇ ਕੋਲ ਆਓ। ਦਾਸ ਉਹਨਾਂ ਦੇ ਕੋਲ ਗਿਆ ਤੇ ਇੱਥੇ ਸਾਡੇ ਗੁਰੂ ਸਾਹਿਬ ਦੇ ਦਰਬਾਰ ਦੇ ਸਾਹਮਣੇ ਉਦੋਂ ਸਰਾਂ ਹੁੰਦੀ ਸੀ ਗੁਰਦੁਆਰਾ ਬੌਲੀ ਸਾਹਿਬ ਦੀ, ਹਾਂਜੀ ਜੋ ਇਹ ਗੁਰਦਿਆਲ ਸਿੰਘ ਵਕੀਲ ਨੇ, ਬਾਬਾ ਲਾਲੀ ਜੀ, ਹਾਂਜੀ ਉਹਨਾਂ ਦੀ ਕੋਠੀ ਦੇ ਸਾਹਮਣੇ, ਠੀਕ ਹੈ ਜਿੱਥੇ ਅੱਜ ਕੱਲ੍ਹ ਮਤਲਬ ਵੀ ਆਪਣਾ ਟੈਕਸੀ ਸਟੈਂਡ ਬਣਿਆ ਟੈਕਸੀ ਹੈ। ਸਟੈਂਡ ਹਾਂਜੀ, ਠੀਕ ਹੈ ਇੱਥੇ ਹੁੰਦੀ ਸੀ ਸਰਾਂ। ਠੀਕ ਹੈ ਦਾਸ ਉੱਥੇ ਗਿਆ। ਜਾਂਦਿਆਂ ਨੂੰ ਮੇਰੇ ਪਿਤਾ ਜੀ ਚਾਹ ਪੀਣ ਡਏ ਸੀਗੇ। ਚਾਹ ਪੀ ਕੇ ਤੇ ਮੈਨੂੰ ਉਂਗਲੀ ਫੜੀ ਮੇਰੀ ਤੇ ਥੋੜਾ ਉਹਨਾਂ ਨੂੰ ਦਿਖਦਾ ਸੀ, ਕੁੱਤੇ ਮੈਨੂੰ ਮਤਲਬ ਵੀ ਲਾ ਲਓ ਹਾਂਜੀ ਤੇ ਵੀ ਅੱਖਾਂ ਤੋਂ ਮਨਾਕੇ ਸਨ, ਠੀਕ ਹੈ ਥੋੜਾ ਦਿਖਦਾ ਸੀ। ਹਾਂਜੀ ਤੇ ਮੈਨੂੰ ਉਂਗਲੀ ਫੜੀ ਤੇ ਮੇਰੀ ਤੇ ਆ ਕੇ ਜਿਉਂ ਤੁਰੇ ਤੇ ਮੈਨੂੰ ਕਹਿੰਦੇ ਵੀ ਚੱਲ ਭਾਈ। ਤੇ ਮੈਂ ਪੁੱਛਿਆ ਪਿਤਾ ਜੀ ਆਪਾਂ ਕਿੱਥੇ ਜਾਣਾ ਹੈ? ਹਾਂਜੀ ਕਹਿੰਦੇ ਤੂੰ ਚੁੱਪ ਕਰਕੇ ਆ ਜਾ ਮੇਰੇ ਨਾਲ। ਫਿਰ ਦੁਬਾਰਾ ਮੈਂ ਪੁੱਛਿਆ ਦਰਬਾਰ ਦੇ ਬੂਹੇ ਅੱਗੇ ਆ ਕੇ, ਹਾਂਜੀ ਕਹਿੰਦੇ ਤੈਨੂੰ ਮੈਂ ਆਖਿਆ ਵੀ ਤੂੰ ਚੱਲ ਮੇਰੇ ਨਾਲ ਤੁਰਿਆ ਚੁੱਪ ਕਰਕੇ। ਜੀ ਦਾਸ ਨੂੰ ਗੁਰਦੁਆਰਾ ਜੀ ਬੈਕ ਸਾਈਡ ਦੇ ਲਿਆ ਕੇ ਤੇ ਸਦਾ ਬਲੀ ਸੋਹਣੀ ਉੱਥੇ ਬਗੀਚੇ ਹੁੰਦੇ ਜੀ, ਹਾਂਜੀ ਅੱਜ ਕੱਲ੍ਹ ਪੁੱਟ ਦਿੱਤੇ ਗਏ ਆ, ਹਾਂਜੀ ਉੱਥੇ ਲਿਆ ਕੇ ਤੇ ਸਰਦਾਰ ਜੀ ਦੇ ਮੰਜੇ ਕੋਲ ਖੜਾ ਕਰ ਦਿੱਤਾ। ਸਰਦਾਰ ਜੀ ਉੱਥੇ ਮੰਜੇ ਤੇ ਬੈਠੇ ਸਨ ਠੀਕ ਹੈ ਧੁੱਪੇ। ਮੈਨੇਜਰ ਸਾਹਿਬ ਹਾਂਜੀ, ਠੀਕ ਹੈ ਜਿਸ ਵਕਤ ਮੈਨੂੰ ਉੱਥੇ ਲਿਆ ਕੇ ਖੜਾ ਕਰ ਦਿੱਤਾ ਤੇ ਸਰਦਾਰ ਜੀ ਨੂੰ ਕਹਿਣ ਲੱਗੇ ਵੀ ਸਰਦਾਰ ਜੀ ਮੇਰੇ ਕੋਲ ਡਿਊਟੀ ਨਹੀਂ ਹੁੰਦੀ ਹੁਣ, ਇਹ ਬੱਚਾ ਤੁਹਾਡੇ ਪਿੰਡ ਦਾ ਆ, ਇਹ ਪਤਾ ਨਹੀਂ ਹੋਰ ਤੁਸੀਂ ਕਿਸੇ ਨੂੰ ਕਹੋ ਕਿਹੋ ਜਿਹਾ ਆਵੇ ਕਿਹੋ ਜਿਹਾ ਨਾ ਆਵੇ, ਤੇ ਇਹਨੂੰ ਤੁਸੀਂ ਮੇਰੀ ਡਿਊਟੀ ਦੇ ਤੇ ਸੈੱਟ ਕਰ ਲਓ। ਠੀਕ ਹੈ ਪਰ ਦਾਸ ਦੇ ਮਨ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਸੀ। ਦਾਸ ਨੇ ਬੜੇ ਹੀ ਬਰਾਗ ਉਛਾ ਕੇ ਕਿਹਾ ਕਿ ਪਿਤਾ ਜੀ ਇੰਝ ਨਾ ਕਰੋ, ਤੁਸੀਂ 6 ਮਹੀਨੇ ਦੀ ਸਾਲ ਦੀ ਜਿੰਨੀ ਵੀ ਮਤਲਬ ਛੁੱਟੀ ਲੈਣੀ ਹੈ ਲੈ ਲਓ, ਹਾਂਜੀ ਪਰ ਇੰਝ ਨਾ ਕਰੋ। ਗਿਆਨੀ ਸਰਨ ਸਿੰਘ ਜੀ ਜਿਹੜਾ ਭਾਵ ਹੋ ਗਏ ਨੇ, ਇਹ ਹੈ ਪਿਆਰ ਔਰ ਸੇਵਾ। ਹਾਂਜੀ ਔਰ ਦਾਸ ਨੇ ਵੀ ਕਿਹਾ, ਸਰਦਾਰ ਬਲੀ ਸਿੰਘ ਉਹਨਾਂ ਨੇ ਵੀ ਕਿਹਾ ਵੀ ਤੂੰ ਜਰਾ ਸਿੰਘ ਇੰਝ ਨਾ ਕਰ। ਪਰ ਦਾਸ ਜਦੋਂ ਨਹੀਂ ਮੰਨੇ ਤੇ ਫਿਰ ਦਾਸ ਨੂੰ ਡਿਊਟੀ ਤੇ ਫਿਰ ਮਤਲਬ ਵੀ ਆਉਣਾ ਪਿਆ। ਇਹ ਉਹਨਾਂ ਦਾ ਨਾਮ ਕੀ ਸੀ? ਸਰਦਾਰ ਹਜ਼ਾਰਾ ਸਿੰਘ ਜੀ। ਸਰਦਾਰ ਹਜ਼ਾਰਾ ਸਿੰਘ। ਹਾਂਜੀ। ਹਾਂਜੀ ਤੇ ਦਾਸ ਉਸ ਦਿਨ ਤੋਂ ਫਿਰ 84 ਦੇ ਵਿੱਚ ਉਹਨਾਂ ਦੀ 8-10 ਦਿਨ ਡਿਊਟੀ ਸ਼ੁਰੂ ਵੈਸੇ ਕੀਤੀ ਸੀ ਹਾਂਜੀ ਤੇ 85 ਤੋਂ ਮੇਰੀ ਜੋ ਡਿਊਟੀ ਹੈ ਸ਼ੁਰੂ ਹੋਈ ਹੈ ਜੀ। ਠੀਕ ਹੈ ਜੀ, ਬਹੁਤ ਵਧੀਆ ਜੀ। 85 ਆਪਣੇ ਉਸਤਾਦ ਲਈ, ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਮੈਨੂੰ ਸੁਪਨੇ ਵਿੱਚ ਗੁਰੂ ਅਮਰਦਾਸ ਜੀ ਸਤਿਗੁਰ ਨੇ ਸਾਨੂੰ ਵਾਹਿਗੁਰੂ ਨੇ ਆ ਕੇ ਆਖਿਆ ਬਈ ਤੂੰ ਕਿੱਦਾਂ ਪਿਆ, ਜੀ ਤੇ ਤੁਹਾਨੂੰ ਸਤਿਗੁਰ ਨੇ ਆਪ ਡਿਊਟੀ ਦਿੱਤੀ ਜੀ ਤੇ ਤੁਸੀਂ ਮਨ ਕਰਕੇ ਡਿਊਟੀ ਕਰਦੇ ਰਹੇ। ਜੀ। ਤੇ ਤੁਹਾਡਾ ਜਿਹੜਾ ਵਿਆਹ, ਉਹਦੇ ਬਾਰੇ ਦੱਸੋ ਵੀ ਕਿਹੜੀ ਸੰਨ 'ਚ ਹੋਇਆ?
ਮੇਰਾ ਵਿਆਹ ਜੀ ਮਤਲਬ ਵੀ ਜੇ ਸਾਨੂੰ ਨਹੀਂ ਚੇਤੇ ਉੱਦਾਂ ਦੱਸ ਦਿਓ ਵੀ ਇੰਨੀ ਉਮਰ 'ਚ ਹੋਇਆ। ਉਸ ਵੇਲੇ ਮੇਰੀ 22 ਸਾਲ ਸੀ ਉਮਰ ਸੀ 22 ਸਾਲ ਉਮਰ। ਠੀਕ ਹੈ। ਤੇ ਸਨ ਦਾ ਥੋੜਾ ਚੇਤਾ 78 ਨਹੀਂ ਹੈ 78 ਕਲਾ ਲਓ। ਵੈਸੇ ਮੈਨੂੰ ਹਾਂਜੀ। ਤਰੀਕ ਯਾਦ ਹੈ 20 ਜੂਨ ਹਾਂਜੀ ਤੇ 78 ਕਲਾ ਲਓ 77 78 ਫਿਰ ਬਣਦੀ ਜਿਹੜੀ ਤੁਸੀਂ ਦੱਸ ਰਹੇ ਆ। ਹਾਂਜੀ ਹਾਂਜੀ ਤੇ ਠੀਕ ਹੈ। ਇਹ ਤੁਹਾਡੇ ਸਹੁਰੇ ਕਿੱਥੇ ਸੀ? ਛਿਆਟਾ ਸਾਹਿਬ। ਛਾਟਾ ਸਾਹਿਬ। ਉਦੋਂ ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਤੇ ਛਾਟਾ ਸਾਹਿਬ ਬਹੁਤ ਅੰਮ੍ਰਿਤਸਰ ਤੋਂ ਬਾਹਰ ਹੋਣਾ। ਹਾਂਜੀ ਹਾਂਜੀ ਹੁਣ ਤੇ ਬਹੁਤ ਰੌਣਕਾਂ ਬਣ ਹਾਂਜੀ ਗਈਆਂ। ਬਹੁਤ ਰੌਣਕਾਂ ਜੀ। ਹਾਂਜੀ ਤੇ ਵਿਆਹ ਸਮੇਂ ਤੁਸੀਂ ਕੀ ਕਰਦੇ ਸੀ? ਮੈਂ ਰਾਗੀ ਸਿੰਘ ਹੀ ਸੀ ਜੀ ਉਦੋਂ ਲੁਧਿਆਣੇ ਸੀ। ਉਦੋਂ ਲੁਧਿਆਣੇ ਸੀ। ਫਿਰ ਪਰਿਵਾਰ ਨੂੰ ਉੱਥੇ ਲੈ ਗਏ ਜੀ? ਜੀ ਪਰਿਵਾਰ ਮਾਤਾ ਪਿਤਾ ਦਾ ਫਿਰ ਪਿੱਛੇ ਕਿੱਦਾਂ? ਮਾਤਾ ਪਿਤਾ ਜੀ ਮੇਰੇ ਜਿਹੜੇ 3 ਭਰਾ ਸੀ ਉਹਨਾਂ ਦੇ ਨਾਲ ਹੀ ਵੀ ਸਾਡਾ ਜ਼ਮੀਨ ਦਾ ਕਾਰੋਬਾਰ ਸੀਗਾ ਹਾਂਜੀ। ਵੀ ਉਹ ਆਪਣੇ ਉਹ ਤਿੰਨਾਂ ਭਰਾਵਾਂ ਚੋਂ ਕੋਈ ਹੁਣ ਹੈ? ਹਾਂਜੀ ਇੱਕ ਹੈ ਜੀ। ਉਹ ਇੱਥੇ ਗੋਂਦਵਾਲ ਸਾਹਿਬ ਹੀ ਹੈ? ਜੀ, ਉਹ ਕੀ ਕੰਮ ਕਰਦੇ ਆ? ਉਹ ਖੇਤੀਬਾੜੀ ਕਰਦੇ ਸਨ। ਖੇਤੀਬਾੜੀ ਕਰਦੇ। ਹੁਣ ਵੀ ਖੇਤੀਬਾੜੀ ਕਰਦੇ? ਜੀ ਹਾਂ। ਠੀਕ ਹੈ ਜੀ। ਤੇ ਆਪ ਜੀ ਦਾ ਜਿਹੜਾ ਸਹੁਰਾ ਪਰਿਵਾਰ ਛਾਟਾ ਸਾਹਿਬ ਤੁਸੀਂ ਦੱਸਿਆ, ਜੀ ਹੁਣ ਵੀ ਉੱਥੇ ਜਾਂਦੇ ਜੀ? ਨਹੀਂ ਜੀ ਹੁਣ ਮੇਰਾ ਸਹੁਰਾ ਪਰਿਵਾਰ ਤਕਰੀਬਨ ਖਤਮ ਹੋ ਗਿਆ। ਅੱਛਾ ਜੀ। ਕਿਉਂਕਿ ਮੇਰੇ ਤਾਏ ਸਹੁਰੇ ਦੇ ਬੱਚੇ ਹੈਗੇ ਆ ਹਾਂਜੀ ਪਰ ਜੋ ਮੇਰਾ ਪਰਿਵਾਰ ਸੀਗਾ ਹਾਂਜੀ। ਉਹਨਾਂ ਵਿੱਚੋਂ ਇੱਕ ਮੇਰੀ ਸਾਲੀ ਰਹਿ ਗਈ। ਸਾਲਾ ਇੱਕੋ ਇੱਕ ਸੀਗਾ ਅੱਛਾ ਜੀ। ਉਹ ਪੂਰਾ ਹੋ ਗਿਆ। ਠੀਕ ਹੈ। ਉਹਦੇ ਨਾਲ ਹੀ ਪਰਿਵਾਰ ਜਾਂਦਾ ਮਾਤਾ ਰਿਹਾ। ਪਿਤਾ ਵੀ ਜਾਂਦੇ ਰਹੇ? ਹਾਂਜੀ ਠੀਕ ਹੈ ਜੀ। ਹਾਂਜੀ ਇਹ ਹੋ ਗਈ ਤੁਹਾਡੇ ਵਿਆਹ ਦੀ ਗੱਲ। ਹੁਣ ਜਿਹੜਾ ਆਪਣਾ ਗੋਂਦਵਾਲ ਸਾਹਿਬ ਪਿੰਡ ਆ, ਇੱਥੇ ਤੁਸੀਂ ਕਾਫੀ ਸਮਾਂ ਵਿਚਰੇ ਜੀ ਤੇ ਇੱਥੇ 28 ਸਾਲ ਤੁਸੀਂ ਸੇਵਾ ਨਿਭਾਈ। ਜੀ। ਪਿੰਡ ਵਾਸੀਆਂ ਦਾ ਔਰ ਮੁਹੱਲਾ ਨਿਵਾਸੀਆਂ ਦਾ ਤੁਹਾਡੇ ਪ੍ਰਤੀ ਕੀ ਕਿਰਦਾਰ ਰਿਹਾ, ਕੀ ਵਿਹਾਰ ਰਿਹਾ ਉਹਨਾਂ ਦਾ? ਦਾਸ ਨੇ ਕਦੇ ਵੀ ਮਤਲਬ ਵੀ ਕਿਸੇ ਨਾਲ ਉਨੀ ਨਿੱਕੀ ਨਹੀਂ ਕੀਤੀ। ਠੀਕ ਹੈ ਜੀ। ਹਾਂਜੀ ਪੂਰਾ ਪਰਿਵਾਰ ਮਹੱਲਾ ਮੇਰਾ ਜਿਹੜਾ ਆਪਣਾ ਸਤਿਕਾਰ ਕਰਦਾ ਹੈ ਠੀਕ ਹੈ ਜੀ। ਕਿਉਂਕਿ ਕੋਈ ਵੀ ਕੰਮ ਮਹੱਲੇ ਦਾ ਹੋਵੇ ਉਹ ਮੈਨੂੰ ਪੁੱਛ ਕੇ ਚੱਲਦੇ ਨੇ। ਹਾਂਜੀ ਕਿਉਂਕਿ ਇੱਥੋਂ ਤੱਕ ਕਿ ਮਤਲਬ ਵੀ ਆਹ ਜਿਹੜੀਆਂ ਸਾਡੀਆਂ ਗਲੀਆਂ ਬਣੀਆਂ ਹਾਂਜੀ ਕੁਛ ਲੋਕ ਸੀ ਜਿਹੜੇ ਕਹਿੰਦੇ ਸੀ ਵੀ ਨਹੀਂ ਚਾਹੁੰਦੇ ਸੀ ਵੀ ਇਹ ਬਣੇ ਹਾਂਜੀ। ਪਰ ਦਾਸ ਤੇ ਦਾਸ ਦੇ ਬੱਚਿਆਂ ਨੇ ਅੱਗੇ ਲੱਗ ਕੇ ਇਹ ਗਲੀ ਬਣਵਾਈ। ਹੋਰ ਜਿਹੜੇ ਕੋਈ ਵੀ ਕੰਮ ਹੁੰਦਾ ਹੈ ਦਾਸ ਵਾਲੇ ਆਪਣੇ ਠੀਕ ਬੰਦੇ ਹੈ। ਦੇ ਕੰਮ ਕਰਦਾ ਬਹੁਤ ਹੈ, ਵਧੀਆ ਨਾਲ ਜੀ। ਲੈ ਕੇ ਕਰਦਾ। ਬਹੁਤ ਵਧੀਆ। ਤੁਹਾਨੂੰ ਇਹ ਜਿਹੜਾ ਕਿੱਤਾ ਤੁਸੀਂ ਅਪਣਾਇਆ, ਇਹ ਤੇ ਤੁਸੀਂ ਦੱਸ ਹੀ ਦਿੱਤਾ ਵੀ ਤੁਸੀਂ ਕਿਸ ਤਰ੍ਹਾਂ ਆਏ ਕਿਸ ਤਰ੍ਹਾਂ, ਤੇ ਇਹ ਤੁਹਾਨੂੰ ਸ਼ੌਕ ਵੀ ਸੀਗਾ ਕਿ ਜਾਂ ਤੁਹਾਡਾ ਜਾਂ ਤੁਸੀਂ ਰੋਜੀ ਮੇਰੇ ਰੋਟੀ ਬਸ ਵਾਸਤੇ? ਜੀ ਮਤਲਬ ਵੀ ਰੋਜੀ ਰੋਟੀ ਵਾਸਤੇ ਨਹੀਂ। ਜਦੋਂ ਮਤਲਬ ਵੀ ਮੈਨੂੰ ਲਿਜਾਇਆ ਗਿਆ ਹਾਂਜੀ ਤੇ ਜਾ ਕੇ ਸੀ ਮੈਨੂੰ ਕਹਿੰਦੇ ਵੀ ਤਬਲਾ ਸ਼ੁਰੂ ਕਰਾਤਾ। ਹਾਂਜੀ ਤੇ ਫਿਰ ਜਿਵੇਂ ਜਿਵੇਂ ਮਤਲਬ ਵੀ ਗੁਰੂ ਸਾਹਿਬ ਦੀ ਪਹਿਲਾਂ ਤੇ ਸਮਝੀ ਨਹੀਂ ਸੀ ਸਾਨੂੰ ਗੁਰਬਾਣੀ ਬਾਰੇ। ਹਾਂਜੀ ਹਾਂਜੀ ਤੇ ਜਿਵੇਂ ਜਿਵੇਂ ਪਤਾ ਲੱਗਿਆ ਤੇ ਉਵੇਂ ਉਵੇਂ ਫਿਰ ਸਤਿਗੁਰੂ ਦੇ ਨਾਲ ਪਿਆਰ ਦੀ ਮਤਲਬ ਵੀ ਲਗਨ ਲੱਗੀ। ਲਗਨ ਦੇ ਨਾਲ। ਹਾਂਜੀ ਵੇਖੋ ਜਿਹੜਾ ਕਿੱਤਾ ਹੈ ਉਹ ਜੇ ਲਗਨ ਨਾਲ ਕੀਤਾ ਜਾਵੇ, ਚਾਹੇ ਉਹ ਕੋਈ ਵੀ ਕੰਮ ਹੋਵੇ, ਹਾਂਜੀ ਤੇ ਉਹ ਕਿੱਤਾ ਫਿਰ ਕਾਮਯਾਬ ਹੁੰਦਾ, ਜਿਸ ਤਰ੍ਹਾਂ ਤੁਹਾਡਾ ਕਾਮਯਾਬ ਹੋਇਆ। ਬਹੁਤ ਵਧੀਆ ਜੀ, ਤੁਹਾਡਾ ਧੰਨਵਾਦ। ਤੁਸੀਂ ਕੀਰਤਨ ਦੀ ਸੇਵਾ ਵੱਖ-ਵੱਖ ਬੜੀ ਦੂਰ ਦੂਰ ਨਿਭਾਈ ਜੀ ਤੇ ਨਿਭਾਉਂਦੇ ਰਹੇ ਬੜੇ ਸਤਿਕਾਰ ਨਾਲ ਔਰ ਮਨ ਕਰਕੇ ਤੁਸੀਂ ਸੇਵਾ ਨਿਭਾਈ ਆ। ਤੁਹਾਡੇ ਜਿਹੜੇ ਸਾਥੀ ਜੀ ਇੱਥੇ ਗੋਂਦਵਾਲ ਸਾਹਿਬ ਜਥੇ ਦੇ, ਜੀ ਉਹਨਾਂ ਨਾਲ ਤੁਹਾਡਾ ਕਿਹੜੇ ਸਾਥੀ ਸੀ ਜਿਨ੍ਹਾਂ ਨਾਲ ਤੁਹਾਡਾ ਮੇਲ ਰਿਹਾ? ਇੱਕ ਤੇ ਸਾਡੇ ਜੋ ਬਾਬਾ ਜੀ 6 ਸਾਲ ਵਾਲੇ ਸਨ, ਠੀਕ ਹੈ ਜੀ। ਬਾਬਾ ਤਰਲੋਚਨ ਸਿੰਘ ਜੀ, ਠੀਕ ਹੈ। ਉਹਨਾਂ ਦਾ ਭਰਾ ਸੀਗਾ ਅੱਛਾ ਜੀ। ਭਾਈ ਜਗਤ ਸਿੰਘ ਜੀ। ਠੀਕ ਹੈ। ਤੇ ਦੂਸਰੇ ਸਨ ਤਰਨਤਾਰਨ ਤੋਂ ਸਰਦਾਰ ਬਲਵੰਤ ਸਿੰਘ ਜੀ। ਹਾਂਜੀ ਉਹ ਪਹਿਲੇ ਵੀ ਸ਼੍ਰੋਮਣੀ ਕਮੇਟੀ ਦੇ ਰਿਟਾਇਰ ਸੀ ਠੀਕ ਹੈ। ਪਰ ਸਰਦਾਰ ਜੀ ਨੇ ਦੁਬਾਰਾ ਉਹਨਾਂ ਨੂੰ ਇੱਥੇ ਰੱਖ ਲਿਆ ਸੀ। ਠੀਕ ਹੈ ਜੀ। ਹਾਂਜੀ ਤੇ ਉਹਨਾਂ ਤੁਹਾਡਾ ਸਾਥ ਰਿਹਾ। ਜੀ। ਤੁਹਾਡੇ ਸਾਥੀਆਂ ਚੋਂ ਹੈਗੇ ਆ ਹੁਣ? ਉਹ ਤੇ ਪੂਰੇ ਹੋ ਗਏ। ਉਸ ਤੋਂ ਬਾਅਦ ਨਵੇਂ ਸਾਥੀ ਮੇਰੇ ਨਾਲ ਜੀ ਜਿਨ੍ਹਾਂ ਨੇ ਮਤਲਬ ਵੀ ਬਹੁਤ ਸੇਵਾ ਨਿਭਾਈ ਹੈ। ਹਾਂਜੀ ਉਹ ਹੈਗੇ ਨੇ ਭਾਈ ਨੰਦਰ ਸਿੰਘ ਜੀ ਜਿਹੜੇ ਹੁਣ ਉਹ ਵੀ ਪੂਰੇ ਹੋ ਚੁੱਕੇ ਨੇ। ਅੱਛਾ ਜੀ। ਤੇ ਦੂਸਰਾ ਸਾਥੀ ਮੇਰਾ ਤਬਲੇ ਵਾਲਾ ਸੀਗਾ, ਹਾਂਜੀ ਉਹ ਵੀ ਇਸ ਵੇਲੇ ਉਹਦੀ ਡਿਊਟੀ ਚੱਲ ਰਹੀ ਹੈ ਅੱਛਾ ਜੀ। ਤੇ ਗੁਰੂ ਮਹਾਰਾਜ ਦੇ ਚਰਨਾਂ 'ਚ। ਉਹ ਇੱਥੇ ਹੀ ਕਰ ਰਹੇ ਜੀ? ਹਾਂਜੀ ਗੋਂਦਵਾਲ ਸਾਹਿਬ ਡਿਊਟੀ ਕਰ ਰਹੇ। ਠੀਕ ਹੈ ਜੀ। ਤੁਸੀਂ ਜਿਹੜਾ ਕੀਰਤਨ ਦੀ ਸਿੱਖਿਆ ਦਾ ਆਪਣਾ ਉਸਤਾਦ ਕਿਹਨੂੰ ਮੰਨਦੇ ਜੀ? ਉਸਤਾਦ ਜਿਨ੍ਹਾਂ ਨੇ ਮੈਨੂੰ ਸ਼ੁਰੂ ਕਰਾਇਆ ਉਸਤਾਦ ਤੇ ਮੈਂ ਉਹਨੂੰ ਹੀ ਮੰਨਾਂਗਾ ਜੀ। ਠੀਕ ਹੈ ਜੀ। ਕਿਉਂਕਿ ਭਾਵੇਂ ਉਹ ਜਿਵੇਂ ਵੀ ਸੀ ਹਾਂਜੀ ਜਿਵੇਂ ਵੀ ਤੁਹਾਨੂੰ ਹੈ- ਸਿਖਾਇਆ। ਹੈ ਸੀ ਉਹ ਹਾਂਜੀ। ਮੇਰੇ ਉਸਤਾਦ ਸੀ। ਠੀਕ ਹੈ ਜੀ। ਵੀ ਜਿਹੜਾ ਹੱਥ ਤੁਹਾਡਾ ਹਾਰਮੋਨੀਅਮ ਦੇ ਤੇ ਉਹਨਾਂ ਰਖਾਇਆ, ਸੁਰ ਤੇ ਉਹਨੇ ਰਖਾਇਆ। ਜੀ ਕੋਈ ਰਾਗ ਦੀ ਇੱਕ ਜਿਹੜੀ ਉਹ ਪੰਕਤੀ ਸਾਨੂੰ ਸੁਣਾਓ, ਰਾਗ ਦੀ, ਕਿਸੇ ਵੀ ਰਾਗ ਦੀ ਠੀਕ ਹੈ, ਕੋਈ ਇੱਕ ਨੋਟੇਸ਼ਨ ਸਾਨੂੰ ਸੁਣਾ ਦਿਓ। ਠੀਕ। ਹਾਂਜੀ
ਕਿਸੇ ਵੀ ਰਾਗ ਦੀ। ਦਾਸ ਜੋ ਹੁਣ ਰਾਗ ਚੱਲਣ ਡਿਆ ਜੀ, ਹਾਂਜੀ, ਬਸੰਤ ਰਾਗ ਬਸੰਤ ਚੱਲਣ ਰਾਗ। ਡਿਆ। ਹਾਂਜੀ, ਆਪ ਜੀ ਨੂੰ ਮੈਂ ਬਸੰਤ ਰਾਗ ਹੀ ਸੁਣਾ ਰਿਹਾ ਜੀ। ਠੀਕ ਹੈ ਜੀ, ਸ਼ੁਕਰੀਆ। ਸਗਲ ਇੱਛਾ ਜਪ ਪੁਨੀਆ, ਸਗਲ ਇੱਛਾ ਜਪ ਪੁਨੀਆ, ਪ੍ਰਭ ਮੇਰੇ ਜੀ ਵਸੁਨਿਆ, ਪ੍ਰਭ ਮੇਰੇ ਜੀ ਵਸੁਨਿਆ, ਪ੍ਰਭ ਮੇਰੇ ਜੀ ਵਸੁਨਿਆ, ਸਗਲ ਇੱਛਾ ਜਪ ਪੁਨੀਆ, ਸਗਲ ਇੱਛਾ ਜਪ, ਸਗਲ ਇੱਛਾ ਜਪ, ਸਗਲ ਇੱਛਾ ਜਪ ਪੁਨੀਆ। ਹਾਂਜੀ, ਏਡੀ ਵਡੇਰੀ ਉਮਰ ਵਿੱਚ ਵੀ ਸੇਵਾ ਮੁਕਤ ਹੋਏ ਤੁਸੀਂ, ਤੇ ਤੁਹਾਡੀ ਆਵਾਜ਼ ਵਿੱਚ ਰਸ ਹੈ, ਦਮ ਹੈ, ਬਹੁਤ ਵਧੀਆ ਜੀ। ਤੁਸੀਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਕਿਸ ਤੋਂ ਹੋਏ ਜੀ? ਬਸ ਜੀ ਮੈਂ ਜ਼ਿਆਦਾ ਵੀ ਯਾਰ ਦੋਸਤ ਵੀ ਮੇਲ ਮਿਲਾਪ ਸਾਰਿਆਂ ਨਾਲ ਰਿਹਾ ਜੀ, ਹਾਂਜੀ, ਪਿਆਰ ਸਾਰਿਆਂ ਨਾਲ ਰਿਹਾ, ਹਾਂਜੀ, ਪਰ ਜੋ ਸਤਿਗੁਰੂ ਜੀ ਦੇ ਨਾਲ ਮੇਰਾ ਅਥਾਹ ਪਿਆਰ ਹੈ ਉਹ ਉਹਨਾਂ ਦੇ ਨਾਲ। ਵਾਹ 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 ਵਾਹ, ਬਹੁਤ ਕਮਾਲ। ਹਾਂਜੀ, ਬਹੁਤ ਵਧੀਆ ਜੀ। ਵੇਖੋ, ਸਾਡੇ ਦਰਸ਼ਕ ਵੀ ਸੁਣ ਰਹੇ ਆ ਕਿ ਅਸੀਂ ਜ਼ਿੰਦਗੀ ਵਿੱਚ ਭੈਣ ਭਰਾਵਾਂ ਨੂੰ, ਦੋਸਤਾਂ ਮਿੱਤਰਾਂ ਨੂੰ ਬਹੁਤ ਪਿਆਰ ਕਰਦੇ ਹਾਂ, ਜੀ ਪਰ ਜੋ ਪ੍ਰੇਮ ਸਤਿਗੁਰ ਦੇ ਨਾਲ ਆ, ਵਾਹਿਗੁਰੂ ਦੇ ਨਾਲ ਜਿਹਦਾ ਪ੍ਰੇਮ ਪੈ ਗਿਆ, ਤੇ ਫਿਰ ਤੂੰ ਹੈ ਮੇਰਾ ਪਿਤਾ ਤੇ ਤੂੰ ਹੈ ਮੇਰਾ ਮਾਤਾ, ਜੀ ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਗੁਰੂ ਅਰਜਨ ਦੇਵ ਮਹਾਰਾਜ ਜੀ ਸਨਮਾਨ ਕਰਦੇ ਆ। ਸੋ ਬਹੁਤ ਸ਼ੁਕਰੀਆ ਜੀ। ਹੁਣ ਤੁਸੀਂ ਆਪਣੇ ਪਰਿਵਾਰ ਬਾਰੇ ਦੱਸੋ, ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਆ? ਮੇਰਾ ਪਰਿਵਾਰ ਜੀ ਘਰ ਦੇ ਆ, ਹਾਂਜੀ, 2 ਮੇਰੇ ਬੇਟੇ ਆ ਜੀ, 2 ਬੇਟੀਆਂ ਵਾ, ਠੀਕ ਹੈ ਜੀ, ਜੋ ਦੋਨੋਂ ਆਪਣੇ ਘਰ ਨੇ ਵਿਆਹੀਆਂ ਹੋਈਆਂ ਨੇ। ਠੀਕ ਹੈ ਜੀ, ਮੇਰਾ ਬੇਟਾ ਵੀ ਵਿਆਹਿਆ ਹੋਇਆ ਜੀ, ਠੀਕ ਹੈ, ਜੋ ਅੱਜ ਆਪਣੇ ਆਸਟ੍ਰੇਲੀਆ ਦੇ ਵਿੱਚ ਕੀਰਤਨ ਦੀ ਸੇਵਾ ਨਿਭਾ ਰਿਹਾ ਹੈ ਠੀਕ ਤਬਲੇ ਹੈ, ਦੀ। ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਬਾਕੀ ਮੇਰਾ ਜੋ ਛੋਟਾ ਬੇਟਾ ਹੈ ਹਾਂਜੀ, ਉਹ ਮੇਰੇ ਨਾਲ ਹੀ ਕੀਰਤਨ ਦੀ ਸੇਵਾ ਸਾਈਡ ਵਜੇ ਤੇ ਨਿਭਾ ਸਾਹਿਬ ਰਿਹਾ ਜੀ, ਜੀ। ਠੀਕ ਹੈ ਜੀ, ਦਾਸ ਅੱਜ ਜਿੱਥੇ ਵੀ ਸੰਗਤਾਂ ਬੁਲਾਉਂਦੀਆਂ ਨੇ, ਜ਼ਿਆਦਾ ਜਲੰਧਰ ਹੋਰ ਪਿੰਡਾਂ ਦੇ ਵਿੱਚ ਜਿੱਥੇ ਵੀ ਦਾਸ ਨੂੰ ਮਤਲਬ ਵੀ ਡਿਊਟੀ ਦੀ ਮਿਲਦੀ ਹੈ ਹਾਜ਼ਰੀ, ਦਾਸ ਉੱਥੇ ਜਾ ਕੇ ਕੀਰਤਨ ਦੀ ਸੇਵਾ ਨਿਭਾਉਂਦਾ ਜੀ। ਜਦੋਂ 84 ਦੇ ਵਿੱਚ ਤੁਸੀਂ ਗੋਂਦਵਾਲ ਸਾਹਿਬ ਆ ਗਏ, ਤੁਸੀਂ ਦੱਸਿਆ ਵੀ 84 ਦੇ ਵਿੱਚ ਮੈਂ ਲੁਧਿਆਣੇ ਤੋਂ ਗੋਂਦਵਾਲ ਸਾਹਿਬ ਆ ਕੇ ਤੇ 85 ਤੋਂ ਡਿਊਟੀ ਤੁਸੀਂ ਇੱਥੇ ਸ਼ੁਰੂ ਕੀਤੀ। ਜੀ 84 ਦੇ ਜਿਹੜੇ ਦੰਗੇ ਹੋਏ, ਹਰਿਮੰਦਰ ਸਾਹਿਬ ਤੇ ਅਟੈਕ ਹੋਇਆ, ਜੀ ਉਸ ਵੇਲੇ ਤੁਹਾਨੂੰ ਕੋਈ ਇੱਥੇ ਮੁਸ਼ਕਲਾਂ ਆਈਆਂ? ਨਹੀਂ, ਜਿਸ ਵੇਲੇ 84 ਦੇ ਵਿੱਚ ਸੀ, ਉਸ ਵੇਲੇ ਮੈਂ ਦਾਸ ਲੁਧਿਆਣੇ ਹੀ ਸੀ ਅਜੇ, ਜੀ, ਗੁਰਦੁਆਰਾ ਰਾਮਗੜੀਆ ਸਾਹਿਬ ਵਿਖੇ ਡਿਊਟੀ ਕਰ ਰਿਹਾ ਸੀ। ਠੀਕ ਹੈ ਜੀ, ਤੇ ਉਦੋਂ ਬਾਅਦ ਹੀ ਦਾਸ ਮਤਲਬ ਵੀ ਇੱਥੇ ਆਇਆ ਜੀ। ਠੀਕ ਹੈ। ਇਹ 84 ਤੋਂ ਲੈ ਕੇ 90 ਤੱਕ ਇਹ ਠੰਡਾ ਹੋਣ ਵਿੱਚ ਜਿਹੜਾ ਮੌਸਮ ਉਸ ਵੇਲੇ ਦਾ ਐਜੀਟੇਸ਼ਨ ਵਾਲਾ, ਤੇ ਉਹ 99 ਤੱਕ ਜਿਹੜਾ ਮਸਾਂ ਠੰਡਾ ਹੋਇਆ, ਤੇ 90 ਨੂੰ ਥੋੜੀ ਜਿਹੜੀ ਆ ਨੋਰਮਲ ਜੀਵਨ ਹੋਇਆ। ਉਸ ਦੌਰਾਨ ਤੁਸੀਂ 84 85 ਤੋਂ ਲੈ ਕੇ 90 ਤੱਕ ਦਾ ਜਾਂ 99 ਤੱਕ ਦਾ ਕੋਈ ਜਿਹੜਾ ਉਸ ਵੇਲੇ ਕੋਈ ਮੁਸ਼ਕਲ ਆਈ ਇੱਥੇ ਗੋਂਦਵਾਲ ਸਾਹਿਬ ਤੇ ਜਾਂ ਆਲੇ ਦੁਆਲੇ, ਜਾਂ ਰਾਗੀ ਹੋਣ ਦੇ ਬਤੌਰ? ਮੁਸ਼ਕਲਾਂ ਜੀ ਮਤਲਬ ਵੀ ਮੇਰਾ ਖਿਆਲ ਹੈ ਵੀ ਜਿਸ ਸਮੇਂ 85 86 ਦੇ ਵਿੱਚ ਇੱਥੇ ਸੀ ਦਾਸ, ਤੇ ਦਾਸ ਦਾ ਕਮਰਾ ਵੀ ਗੁਰਦੁਆਰਾ ਸਾਹਿਬ ਵਿਖੇ ਤੁਹਾਨੂੰ ਦੱਸਿਆ ਵੀ ਹਾਂਜੀ, ਬਾਬਾ ਜੀ ਦੇ ਸਾਹਮਣੇ ਸੀ। ਠੀਕ, ਤੇ ਇੱਕ ਰਾਤ 90 ਦੀ ਮੇਰਾ ਖਿਆਲ ਗੱਲ ਹੋਣੀ ਹੈ, 90 91 ਦੀ, ਹਾਂਜੀ, ਬਿੱਲਾ ਔਰ ਪਾਲੀਆ ਉਸ ਵੇਲੇ ਚੱਲ ਰਿਹਾ ਸੀ। ਅੱਛਾ ਜੀ, ਤੇ ਦਾਸ ਤੇ ਆਪ ਜੀ ਨੂੰ ਮੈਂ ਪਹਿਲਾਂ ਹੀ ਦੱਸ ਚੁੱਕਾ ਵੀ ਗੁਰੂ ਅਮਰਦਾਸ ਜੀ ਦੀ ਬਖਸ਼ਿਸ਼ ਮੇਰੇ ਤੇ ਬਹੁਤ ਸੀ, ਠੀਕ, ਕਿਉਂਕਿ ਜਿਸ ਦਿਨ ਤੋਂ ਮੈਂ ਡਿਊਟੀ ਸ਼ੁਰੂ ਕੀਤੀ ਉਹ ਬਖਸ਼ਿਸ਼ ਮੇਰੇ ਘਰ ਤੋਂ ਸ਼ੁਰੂ ਹੋ ਗਈ, ਹਾਂਜੀ, ਜਦੋਂ ਉਹਨਾਂ ਨੇ ਮੈਨੂੰ ਬਹੁਤ ਹੀ ਇਹੋ ਜਿਹੇ ਲਫ਼ਜ਼ ਕਹੇ, ਇਸ
ਤੂੰ ਕਿਵੇਂ ਪਿਆ ਵਾ। ਕਿਵੇਂ ਪਿਆ, ਠੀਕ। ਹਾਂਜੀ। ਹਾਂਜੀ, ਤੇ ਕਿਉਂਕਿ ਬਖਸ਼ਿਸ਼ ਤੋਂ ਮੇਰੇ ਤੇ ਉਹਨਾਂ ਨੇ ਉਸ ਵੇਲੇ ਗੱਲ ਕਰਤੀ। ਠੀਕ ਹੈ। ਤੇ ਜਦੋਂ ਇੱਕ ਰਾਤ ਐਸੀ ਆਈ ਕਿ ਬਿੱਲਾ ਵਰਪਾਲੀਆ ਜਿਹੜਾ ਸੀ ਅੱਤਵਾਦੀ, ਹਾਂਜੀ, ਉਹ ਦੱਸਦੇ ਮਤਲਬ ਵੀ ਆ ਕੇ ਗੇਟ ਦੇ ਸਾਹਮਣੇ ਮਤਲਬ ਵੀ ਆ ਕੇ ਕਹਿਣ ਲੱਗਿਆ ਵੀ ਗੇਟ ਖੋਲ੍ਹੋ। ਹਾਂਜੀ, ਤੇ ਮੇਰਾ ਵੱਡਾ ਬੇਟਾ ਆਉਣ ਵਾਲਾ ਸੀਗਾ ਹਾਂਜੀ, ਤੇ ਉਹਦੇ ਨਾਲ ਹਰੀ ਸਿੰਘ ਬੈਰਾਗੀ ਤੇ ਨਾਲ ਬਿੱਲਾ, ਜੀ, ਇਹ ਦੋਨਾਂ ਨੇ ਆ ਕੇ ਤੇ ਦਾਸ ਦੇ ਕੋਲ ਮੰਜੇ ਦੇ ਕੋਲ ਆ ਕੇ ਕਹੇ, ਗਰਮੀ ਦਾ ਮੌਸਮ ਸੀ ਹਾਂਜੀ, ਤੇ ਦਾਸ ਨੂੰ ਕਹਿੰਦੇ ਵੀ ਦਰਵਾਜ਼ਾ ਖੋਲ। ਜਹੀਦਾਰ ਸਾਹਿਬ ਆਵਾਜ਼ ਦਿੱਤੀ ਹਾਂਜੀ, ਵੀ ਗੇਟ ਖੁਲਾਓ, ਗੱਡੀ ਲੰਘਾਉਣੀ ਅੰਦਰ। ਅੱਛਾ ਜੀ, ਤੇ ਦਾਸ ਦੇ ਮੂੰਹੋਂ ਅਜੇ ਇੰਨਾ ਹੀ ਨਿਕਲਿਆ ਸੀ ਵੀ ਚਰਨ ਗੰਗਾ ਲਾਗੇ ਪਹਿਰੇਦਾਰ ਬੈਠੇ ਆ, ਉਹਨਾਂ ਨੂੰ ਆਵਾਜ਼ ਦੇ ਕੇ ਤੇ ਚਾਬੀ ਮੁਕਾ ਲਓ। ਹਾਂਜੀ, ਤੇ ਦਾਸ ਨੂੰ ਬੜੇ ਹੀ ਉਹ ਉਹਦੇ ਲਫ਼ਜ਼ ਉਹਨੇ ਕਿਹਾ ਵੀ ਤੂੰ ਪੀ ਲਿਆ ਆ ਮੰਜੇ ਤੇ। ਜੀ, ਪਰ ਦਾਸ ਵੀ ਅੱਗੋਂ ਜੋ ਸਤਿਗੁਰੂ ਦਾ ਮਤਲਬ ਵੀ ਸੇਵਕ ਹੋਣ ਦੇ ਨਾਤੇ ਤੇ ਦਾਸ ਨੇ ਵੀ ਫਿਰ ਉਸ ਨੂੰ ਉਸੇ ਲਹਿਜੇ ਵਿੱਚ ਮਤਲਬ ਵੀ ਜਵਾਬ ਦਿੱਤਾ ਜੀ, ਵੀ ਤੈਨੂੰ ਕੀ ਤਕਲੀਫ ਆ, ਜੀ, ਮੈਂ ਤੇਰਾ ਨੌਕਰ ਨਹੀਂ ਆ, ਹੂੰ, ਤੇ ਤੂੰ ਜਾ ਕੇ ਦਰਵਾਜ਼ਾ ਖਲਵਾ ਲੈ। ਠੀਕ ਹੈ। ਉਸ ਦੀ ਗੱਲ ਨੂੰ ਪਕੜਦੇ ਹੋਇਆਂ ਜੋ ਹਰੀ ਸਿੰਘ ਬਰਾਗੀ ਸੀ ਉਹਦੇ ਨਾਲ, ਉਸ ਨੇ ਮਤਲਬ ਵੀ ਕਹਿੰਦੇ ਵੀ ਨਹੀਂ ਜਹੀਦਾਰ ਸਾਹਿਬ ਵੀ ਸਾਨੂੰ ਪਤਾ ਹੀ ਨਹੀਂ ਹੈ ਤੇ ਅਸੀਂ ਕਿਹਨੂੰ ਕਹੀਏ ਵੀ ਚਾਬੀ ਲਿਆ। ਵਾਹ, ਤੇ ਉਸੇ ਲਹਿਜੇ ਫਿਰ ਦਾਸ ਨੇ ਕਿਹਾ ਵੀ ਕੋਈ ਨਹੀਂ ਸਿੰਘ ਸਾਹਿਬ ਆਪਾਂ ਚਾਬੀ ਮੰਗਵਾ ਲੈਂਦੇ। ਠੀਕ ਹੈ। ਦਾਸ ਨੇ ਬੁੱਕਲ ਮਾਰੀ ਖੇਡਦੀ ਤੇ ਉਹਨਾਂ ਨੂੰ ਮਤਲਬ ਵੀ ਕੰਬਲ ਦੀ ਬੁੱਕਲ ਮਾਰੀ ਤੇ ਉਹਨੂੰ ਪਹਿਰੇਦਾਰ ਨੂੰ ਬੁਲਾ ਲਿਆ। ਜੀ, ਪਹਿਰੇਦਾਰ ਨੂੰ ਬੁਲਾ ਕੇ ਤੇ ਚਾਬੀ ਲਈ। ਜਿਸ ਲਈ ਉਹ ਜਿੰਦਰਾ ਖੋਲ ਰਹੇ ਸੀ ਤੇ ਵੇਖਿਆ ਕਿ ਉਹ ਸੇਵਾਦਾਰ ਦੇ ਹੱਥ ਕੰਬ ਰਹੇ ਸਨ। ਜੀ, ਜਿਸ ਲਈ ਉਹਦੇ ਹੱਥ ਕੰਬ ਰਹੇ ਸਨ ਤੇ ਮੇਰੇ ਦਿਮਾਗ 'ਚ ਆਇਆ ਵੀ ਇਹ ਤੇ ਅੱਤਵਾਦੀ ਹੈ। ਜੀ, ਜੀ। ਉਹਨੇ ਆਉਂਦਿਆਂ ਗੁਰੂ ਅਮਰਦਾਸ ਜੀ ਦੇ ਦਰ ਦੇ 2 ਕਮਰੇ ਦੇ ਜਿੰਦਰੇ ਭੰਨੇ ਗੋਲੀਆਂ ਮਾਰ ਕੇ, ਔਰ ਜਾਂਦੇ ਹੀ ਉਹਦੇ ਜਿੰਦਰੇ ਵੱਜ ਗਏ ਦੂਸਰੇ ਦੇ। ਵਾਹ, ਗੁਰੂ ਸਾਹਿਬ ਦੇ ਦਰ ਦੇ ਉਹਨੇ ਜਿੰਦਰੇ ਭੰਨੇ ਔਰ ਨਾਲ ਹੀ ਉਹਦੇ ਜਿੰਦਰੇ ਲੱਗ ਗਏ। ਉਹ ਇਸ ਦੁਨੀਆ ਤੋਂ ਕੂਚ ਕਰ ਗਿਆ। ਤੇ ਇਹ ਹੈ ਗੁਰੂ ਅਮਰਦਾਸ ਜੀ ਦੀ ਗੁਰੂ ਅਮਰਦਾਸ ਰਹਿਮਤ, ਜੀ ਦੀ ਬਖਸ਼ਿਸ਼, ਰਹਿਮਤ ਬਖਸ਼ਿਸ਼। ਹਾਂਜੀ। ਠੀਕ ਹੈ। ਤੇ ਜਿਸ ਵੇਲੇ ਮਤਲਬ ਉਦੋਂ ਬਾਅਦ ਦਾਸ ਨੇ ਆਪਣੇ ਇੱਥੇ ਡਿਊਟੀ ਸ਼ੁਰੂ ਚੱਲ ਰਹੀ ਸੀ ਤੇ ਮੇਰਾ ਅਚਾਨਕ ਹੀ ਮਤਲਬ ਵੀ ਜੋ ਦੋਸਤ ਸੀਗਾ ਬੈਂਕ ਦੇ ਵਿੱਚ ਲੱਗਿਆ, ਜੀ, ਉਹਦਾ ਭਰਾ ਬਲਕਾਰ ਸਿੰਘ ਮਤਲਬ ਵੀ TV ਸਟੇਸ਼ਨ 'ਤੇ ਮਤਲਬ ਵੀ ਜੋ ਕੰਮ ਕਰਦਾ ਸੀ, ਠੀਕ ਹੈ, ਉਹਨਾਂ ਨੇ ਕਿਹਾ ਵੀ ਭਾਈ ਸਾਹਿਬ ਨੂੰ ਆਪਾਂ ਰਿਕਾਰਡ ਕਰਨਾ ਹੈ। ਠੀਕ ਹੈ, ਉਹਨਾਂ ਨੇ ਫਿਰ ਮੈਨੂੰ TV ਸਟੇਸ਼ਨ 'ਤੇ ਗਾਉਣ ਦਾ ਮੌਕਾ ਦਿੱਤਾ ਜੀ। ਠੀਕ ਹੈ ਜੀ। ਇਹ ਸਵਾਲ ਮੈਂ ਤੁਹਾਨੂੰ ਪੁੱਛਣ ਹੀ ਵਾਲਾ ਸਾਂ, ਤੁਸੀਂ ਆਪ ਹੀ ਇਹ ਦੱਸ ਦਿੱਤਾ। ਕਿੰਨੀ ਵਾਰ ਤੁਸੀਂ ਦੂਰਦਰਸ਼ਨ ਤੇ ਗਏ ਹੋ? ਮੈਂ 3-4 ਸਾਲ ਤਕਰੀਬਨ ਮਤਲਬ ਜੀ ਗਾਉਂਦਾ ਰਿਹਾ। ਜਦੋਂ ਬੁਲਾਉਂਦੇ ਰਹੇ? ਹਾਂਜੀ, 4-5 ਵਾਰੀ ਮੈਂ ਮੈਨੂੰ ਠੀਕ ਹੈ, ਦੂਰਦਰਸ਼ਨ ਦੇ ਗਿਆ। ਠੀਕ ਹੈ ਜੀ। ਉੱਥੇ ਜਦੋਂ ਤੁਸੀਂ ਦੂਰਦਰਸ਼ਨ ਤੇ ਗਏ ਫਿਰ ਤੁਹਾਨੂੰ ਤੁਹਾਡੇ ਮਨ ਵਿੱਚ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਵੀ ਤੁਹਾਡੇ ਤੇ ਗੁਰੂ ਦੀ ਕਿਰਪਾ ਹੋਈ ਆ ਜਾਂ ਕੀ ਤੁਹਾਡੇ ਮਨ ਵਿੱਚ ਫੁਰਨੇ ਫਰੇ ਉਦੋਂ? ਇਹ ਬਖਸ਼ਾਂ ਜੀ ਗੁਰੂ ਸਾਹਿਬ ਦੀਆਂ ਹੀ ਸਾਰੀਆਂ ਜੀ। ਠੀਕ ਹੈ। ਤੁਹਾਨੂੰ ਮਹਿਸੂਸ ਹੋਇਆ ਉਦੋਂ ਵੀ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਆ ਜੀ ਕਿ ਮੈਨੂੰ ਦੂਰਦਰਸ਼ਨ ਤੇ ਆਉਣ ਦਾ ਮੌਕਾ ਮਿਲਿਆ ਜੀ। ਮੇਰੇ ਬਹੁਤ ਲੋਕ ਜੋ ਤਰਸਦੇ ਨੇ, ਹਾਂ, ਯਤਨ ਕਰਦੇ ਬਹੁਤ। ਹਾਂਜੀ, ਬਹੁਤ ਵਧੀਆ ਜੀ। ਤੁਹਾਡਾ ਪਰਿਵਾਰ ਵੀ ਤੁਹਾਡੇ ਕਿੱਤੇ ਨਾਲ ਹੀ ਜੁੜਿਆ ਹੋਇਆ ਹੈ। ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਤੁਹਾਡਾ ਇੱਕ ਬੇਟਾ ਆਸਟ੍ਰੇਲੀਆ ਦੇ ਵਿੱਚ ਆ, ਉਹ ਵੀ ਕੀਰਤਨ ਦੀ ਸੇਵਾ ਨਿਭਾ ਰਿਹਾ। ਇਹ ਵੀ ਬਹੁਤ ਵੱਡੀ ਖੁਸ਼ੀ ਦੀ ਗੱਲ ਆ। ਇਹ ਸਵਾਲ ਅਸੀਂ ਪੁੱਛਣਾ ਸੀ, ਤੁਸੀਂ ਆਪਣੇ ਆਪ ਇਹ ਸਵਾਲ ਸਾਨੂੰ ਦੱਸ ਦਿੱਤਾ। ਤੁਸੀਂ ਸੇਵਾ ਮੁਕਤ ਹੋ ਕੇ ਹੁਣ ਕੇਵਲ ਕੀਰਤਨ ਦੀ ਸੇਵਾ ਫਿਰ ਨਿਭਾ ਰਹੇ ਹੋ। ਇਹ ਵੀ ਬਹੁਤ ਵਧੀਆ ਗੱਲ ਆ ਕਿ ਤੁਸੀਂ ਆਪਣਾ ਇਹ ਏਡੀ ਵਡੇਰੀ ਉਮਰ ਵਿੱਚ ਵੀ ਜਿਹੜਾ ਗੁਰੂ ਦੇ ਲੜ ਲੱਗੇ ਹੋ ਔਰ ਗੁਰੂ ਨਾਲ ਤੁਹਾਡਾ ਪਿਆਰ ਹੈ। ਆਪਣੇ ਜੀਵਨ ਵਿੱਚ ਕੋਈ ਤੁਹਾਡੀ ਕੌੜੀ ਮਿੱਠੀ ਯਾਦ, ਕੋਈ ਤੁਸੀਂ ਅੱਗੇ ਦੱਸੀਆਂ ਸਨ ਕੌੜੀਆਂ ਵੀ, ਅਤੇ ਕੋਈ ਹੋਰ ਆਪਣਾ ਕੋਈ ਜਿਹੜੀ ਤੁਹਾਡੇ ਜੀਵਨ ਦੇ ਨਾਲ ਤੁਹਾਨੂੰ ਘਟਨਾ ਬੜੀ ਵਾਰ-ਵਾਰ ਪ੍ਰਭਾਵਿਤ ਕਰਦੀ ਹੈ ਅਤੇ ਉਹ ਸਾਡੀ ਫਿਰ ਯਾਦ ਬਣ ਜਾਂਦੀ ਆ? ਮੇਰੇ ਤੇ ਜੀ ਜਦੋਂ ਮਹਾਰਾਜ ਦੇ ਚਰਨਾਂ ਤੋਂ ਰਿਟਾਇਰ ਹੋਣ ਤੋਂ ਪਹਿਲਾਂ, ਹਾਂਜੀ, 14 ਦੇ ਵਿੱਚ ਮੈਂ ਰਿਟਾਇਰ ਹੋਣਾ ਸੀ ਹਾਂਜੀ, ਔਰ 13 ਦੇ ਵਿੱਚ ਦਾਸ ਨੂੰ ਅਟੈਕ ਹੋ ਗਿਆ ਜੀ। ਅੱਛਾ ਜੀ, ਨਵੰਬਰ ਦੇ ਵਿੱਚ। ਜੀ,
ਨਵੰਬਰ ਦੇ ਵਿੱਚ ਜਿਸ ਵਕਤ ਅਟੈਕ ਹੋਇਆ ਦਾ ਤੇ ਪਰਿਵਾਰ ਮੇਰਾ ਪੂਰਾ ਮੇਰੇ ਸਰਾਣੇ ਖੜਾ ਹੈ। ਹਾਂਜੀ ਪਰ ਉਸ ਦਿਨ ਸੰਗਰਾਂਦ ਦਾ ਦਿਹਾੜਾ ਸੀ। ਹਾਂਜੀ ਦਾਸ ਨੇ ਆਪਣਾ ਇਸ਼ਨਾਨ ਪਾਣੀ ਕੀਤਾ ਹੈ, ਤਿਆਰ ਹੋਇਆ ਹਾਂਜੀ ਤੇ ਨਿਤਨੇਮ ਦੀ ਤਿਆਰੀ ਕਰ ਰਿਹਾ ਸੀ ਕਰਨ ਨੂੰ। ਹਾਂਜੀ ਗੁਟਕਾ ਲੈ ਕੇ ਤਿਆਰੀ ਨਿਤਨੇਮ ਕਰਨ ਲੱਗਿਆ ਹਾਂਜੀ ਤੇ ਦਾਸ ਦੇ ਦਰਦ ਹੋਈ। ਹਾਂਜੀ ਜੋ ਘਰ ਦੇ ਸਨ ਉਹ ਮਤਲਬ ਵੀ ਰਸੋਈ 'ਚ ਚਲੇ ਗਏ ਹਾਂਜੀ ਚਾਹ ਬਣਾਉਣ ਵਾਸਤੇ। ਤੇ ਮੈਂ ਜਾ ਕੇ ਉਹਨਾਂ ਨੂੰ ਕਿਹਾ ਵੀ ਮੇਰੇ ਦਰਦ ਹੋਣ ਲੱਗ ਗਈ ਆ। ਉਹਨਾਂ ਦੇ ਸਿਰ ਤੇ ਪੀਲਾ ਸਤਿਗੁਰੂ ਜੀ ਦਾ ਜੋ ਸਰੋਪਾ ਹੁੰਦਾ ਹੈ ਉਹ ਸੀ। ਹਾਂਜੀ ਉਹਨਾਂ ਨੇ ਉੱਥੋਂ ਸੇਕ ਲੈ ਕੇ ਗੈਸ ਤੋਂ ਹਾਂਜੀ ਤੇ ਦਾਸ ਦੇ ਛਾਤੀ ਤੇ ਮਤਲਬ ਵੀ ਲਾਇਆ ਇੱਕ ਦੋ ਵਾਰੀ, ਪਰ ਦਰਦ ਵੱਧ ਗਈ। ਹਾਂਜੀ ਜਿਸ ਵਕਤ ਦਰਦ ਵੱਧ ਗਈ ਤੇ ਦਾਸ ਆ ਕੇ ਮੰਜੇ ਤੇ ਲੇਟ ਗਿਆ। ਬਸ ਫਿਰ ਅੱਧਾ ਘੰਟਾ ਦਾਸ ਨੂੰ ਬਹੁਤ ਤਕਲੀਫ ਹੋਈ, ਪਰ ਦਾਸ ਨੇ ਹਾਏ ਤੱਕ ਨਹੀਂ ਕੀਤੀ ਜੀ। ਤੇ ਡਾਕਟਰ ਨੇ ਬੁਲਾਇਆ? ਨਹੀਂ, ਡਾਕਟਰ ਮੇਰਾ ਜਵਾਈ ਸੀਗਾ, ਉਹੀ ਆਏ ਨੇ। ਹਾਂਜੀ ਇਹਨਾਂ ਦੇ ਬੱਚਿਆਂ ਨੇ ਫੋਨ ਕੀਤਾ ਹਾਂਜੀ ਤੇ ਉਹ ਆਏ ਨੇ। ਉਹਨਾਂ ਨੇ ਕੋਈ ਗੋਲੀ ਦਿੱਤੀ ਹੈ ਜਾਂ ਮਤਲਬ ਜੋ ਵੀ ਹੈ ਗੋਲੀ ਦਿੱਤੀ ਹੈ ਬਸ। ਤੇ ਪਰ ਸਤਿਗੁਰੂ ਦੇ ਜੋ ਮੇਰੀ ਲਿਵ ਸੀ ਉਹ ਸਤਿਗੁਰੂ ਦੇ ਨਾਲ ਜੁੜ ਗਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਅਮਰਦਾਸ ਜੀ ਮੇਰੇ ਕੋਲ ਆਏ, ਗੁਰੂ ਅਮਰਦਾਸ ਜੀ ਮੇਰੇ ਕੋਲ ਆਏ ਤੇ ਜਿਸ ਨੂੰ ਯਾਦ ਕਰੀਏ ਉਹ ਤੁਹਾਨੂੰ ਪਤਾ ਹੈ ਉਹ ਕੋਲ ਹੁੰਦਾ ਹੈ। ਹਾਂਜੀ, ਅੱਧੇ ਘੰਟੇ ਬਾਅਦ ਦਾਸ ਬਿਲਕੁਲ ਜਿਵੇਂ ਆਪਾਂ ਬੈਠੇ ਹਾਂ ਇਸ ਤਰ੍ਹਾਂ ਸੀ ਰੜੀ। ਕੋਈ ਮੈਨੂੰ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ ਸੀ। ਪਰ ਮੇਰੇ ਬੇਟੇ ਨੇ ਫਿਰ ਵੀ ਮਤਲਬ ਮੈਨੂੰ ਡਾਕਟਰ ਕੋਲ ਜਾਣਾ ਬੜਾ ਸਮਝਿਆ ਜੀ। ਪਰ ਜਿਸ ਵਕਤ ਡਾਕਟਰਾਂ ਦੀ ਬਹੁਤ ਅੱਜ ਕੱਲ੍ਹ ਅਣਗਹਿਲੀ ਬਹੁਤ ਜ਼ਿਆਦਾ ਹੋਈ ਹੈ। ਹਾਂਜੀ ਦਾਸ ਇੱਥੇ ਜੋ ਫਤਿਆਬਾਦ ਦੇ ਡਾਕਟਰ ਹੈ ਹਾਂਜੀ ਉਹਦੇ ਕੋਲ ਗਿਆ ਤਾਂ ਕਹਿੰਦਾ ਪਹਿਲੇ ਪਰਚੀ ਬਣਾਓ। ਅੱਛਾ ਜੀ ਇਹ ਨਹੀਂ ਕਿਹਾ ਵੀ ਮਤਲਬ ਵੀ ਇਸ ਬੰਦੇ ਦਾ ਅਟੈਕ ਹੋਇਆ ਵਾ ਹਾਂਜੀ ਤੇ ਮੈਂ ਇਹਨੂੰ ਹੱਥ ਪਾਵਾਂ, ਪਰ ਪਹਿਲਾਂ ਪਰਚੀ ਨੂੰ ਰੋਇਆ। ਹਾਂਜੀ ਪਹਿਲੇ ਪਰਚੀ ਨਹੀਂ ਸੀ, ਹਾਂਜੀ ਪਹਿਲੇ ਮਰੀਜ਼ ਸੀ। ਪਰ ਮੈਂ ਆਪਣੇ ਬੇਟੇ ਨੂੰ ਕਿਹਾ ਬੇਟੇ ਮੈਂ ਇੱਥੇ ਨਹੀਂ ਇਲਾਜ ਹੀ ਨਹੀਂ ਕਰਾਉਣਾ ਇੱਥੇ। ਗੱਡੀ ਮੇਰੇ ਕੋਲ ਸੀਗੀ ਤੇ ਦਾਸ ਸਿੱਧਾ ਅੰਮ੍ਰਿਤਸਰ ਗਿਆ ਤੇ AP ਹਸਪੀਟਲ ਦੇ ਵਿੱਚ ਜਾ ਕੇ ਦਾਸ ਦਾਖਲ ਹੋਇਆ। ਹਾਂਜੀ, ਉੱਥੇ 9 ਦਿਨ ਉਹਨਾਂ ਨੇ ਮੈਨੂੰ ਰੱਖ ਕੇ ਜੋ ਵੀ ਟ੍ਰੀਟਮੈਂਟ ਦਿੱਤੀ ਉਹ ਆਪਾਂ ਕਰਵਾਈ ਜੀ। ਜਿਸ ਵੇਲੇ ਉਹਨਾਂ 9ਵੇਂ ਦਿਨਾਂ ਬਾਅਦ ਮੈਨੂੰ ਉੱਥੋਂ ਦਵਾਈ ਦੇ ਕੇ ਤੇ ਭੇਜ ਦਿੱਤਾ ਵੀ 5 ਦਿਨ ਬਾਅਦ ਆ ਕੇ ਚੈੱਕ ਕਰਾਇਆ ਜੀ। ਫਿਰ 5 ਦਿਨਾਂ ਬਾਅਦ ਦਾਸ ਗਿਆ ਤੇ ਫਿਰ ਉੱਥੋਂ ਦਵਾਈ ਲੈ ਕੇ ਜਿਸ ਵਕਤ ਕਹਿਣ ਲੱਗੇ ਵੀ ਐਂਜੀਓਗ੍ਰਾਫੀ ਕਰਾ ਲਓ। ਹਾਂਜੀ ਐਂਜੀਓਗ੍ਰਾਫੀ ਕਰਾਈ ਤੇ ਦਾਸ ਦੀਆਂ ਸਾਰੀਆਂ ਨਾੜਾਂ ਬਲੌਕ ਸਨ ਜੀ। ਦਾਸ ਦੀਆਂ ਨਾੜਾਂ ਸਾਰੀਆਂ ਬਲੌਕ ਸਨ ਤੇ ਫਿਰ ਉਹ ਡਾਕਟਰ ਕਹਿਣ ਲੱਗੇ ਵੀ ਸਟੰਟ ਪਾ ਦਈਏ। ਹਾਂਜੀ ਪਹਿਲਾਂ ਤਾਂ ਮੇਰਾ ਬੇਟਾ ਕਹਿਣ ਲੱਗਿਆ ਵੀ ਜੋ ਜਿੱਥੇ ਅਸੀਂ ਪਹਿਲਾਂ ਦਾਖਲ ਹੋਏ ਸੀ ਹਾਂਜੀ ਵੀ ਅਸੀਂ ਆਪਣੇ ਡਾਕਟਰ ਨੂੰ ਪੁੱਛ ਕੇ ਫਿਰ ਕਰਾਂਗੇ। ਜੀ ਫਿਰ ਉਹ ਡਾਕਟਰ ਨੇ ਕਿਹਾ ਵੀ ਨਹੀਂ ਤੁਸੀਂ ਪਹਿਲਾਂ ਕਹਿ ਤਾਂ ਪਵਾ ਲਓ। ਫਿਰ ਦੁਬਾਰਾ ਕਹਿੰਦਾ ਵੀ ਨਹੀਂ ਸਵੇਰੇ ਅਸੀਂ ਸਲਾਹ ਕਰਕੇ ਫਿਰ ਪਵਾਵਾਂਗੇ। ਉਹ ਜਿਸ ਵੇਲੇ ਇਹ ਗੱਲ ਹੋਈ ਤੇ ਗੱਲ ਗਾਂਹ ਦੀ ਗਾਂਹ ਨਿਕਲ ਗਈ। ਮੇਰੇ ਜੀਜਾ ਜੀ ਤੇ ਮੇਰੇ ਦੀਦੀ ਜੋ ਇਹਨਾਂ ਨੂੰ ਫੋਨ ਕੀਤਾ ਵੀ ਆਹ ਚੱਕਰ ਹੈ ਤੇ ਉਹ ਕਹਿਣ ਲੱਗੇ ਵੀ ਨਹੀਂ ਸਟੰਟ ਨਹੀਂ ਸਟੰਟ ਪਾਉਣਾ। ਨਹੀਂ ਪਾਉਣਾ ਹਾਂਜੀ, ਜੀ। ਉੱਥੋਂ ਫਿਰ ਸੁਬਾਹ ਹੀ ਛੁੱਟੀ ਲਈ। ਬੜੀ ਮੁਸ਼ਕਲ ਛੁੱਟੀ ਦਿੰਦੇ ਨੇ ਜੀ। ਹਾਂਜੀ ਅਸੀਂ ਇਹ ਕਰ ਦਿੰਦੇ ਹਾਂ, ਅਸੀਂ ਉਹ ਕਰ ਦਿੰਦੇ ਹਾਂ। ਡਾਕਟਰ ਕਹਿਣ ਲੱਗੇ ਅਸੀਂ ਉੱਥੋਂ ਬੜੀ ਜ਼ਬਰਦਸਤੀ ਮਤਲਬ ਛੁੱਟੀ ਲੈ ਕੇ ਤੇ ਉੱਥੋਂ ਆ ਗਏ। ਅਸੀਂ ਫਿਰ ਆਪਣੇ ਡਾਕਟਰ ਕੋਲ AP ਸਿੰਘ ਕੋਲ ਹੀ ਆਏ। ਠੀਕ ਹੈ AP ਸਿੰਘ ਨੇ ਫਿਰ 5 ਦਿਨ ਦੀ ਦਵਾਈ ਦੇ ਕੇ ਸਾਨੂੰ ਤੇ ਭੇਜ ਦਿੱਤਾ ਤੇ ਰੈਸਟ ਲਿਖ ਦਿੱਤੀ। ਅਰਦਾਸ ਇੱਕ ਦਿਨ ਠੀਕ ਰਿਹਾ, ਦਵਾਈ ਖਾਧੀ, ਦੂਜੇ ਦਿਨ ਕੱਪੜੇ ਪਾ ਕੇ ਬਿਨਾਂ ਪੁੱਛਿਆ ਘਰਦਿਆਂ ਤੋਂ ਤੇ ਡਿਊਟੀ ਨੂੰ ਤੁਰ ਪਿਆ। ਵਾਹ ਵਾਹ ਜਿਸ ਵੇਲੇ ਡਿਊਟੀ ਨੂੰ ਚੱਲਿਆ ਤੇ ਘਰਦੇ ਕਹਿੰਦੇ ਵੀ ਕਿੱਥੇ ਚੱਲਿਆ? ਮੈਂ ਕਿਹਾ ਮੈਂ ਆਪਣੇ ਗੁਰੂ ਸਾਹਿਬ ਦੇ ਚੱਲਣਾ ਡਿਊਟੀ ਤੇ ਚੱਲਿਆ। ਔਰ ਜਿਸ ਤਰ੍ਹਾਂ ਮੈਂ ਨਹੀਂ ਬਸ ਜਿਸ ਵੇਲੇ ਮੈਂ ਡਿਊਟੀ ਤੇ ਜਾਣ ਲੱਗਿਆ ਤੇ ਇਹ ਗੱਲ ਹੋਈ ਕਿ ਤੂੰ ਤੇ ਘਰ ਦੇ ਕਹਿਣ ਲੱਗੇ ਜੇ ਕੁਝ ਹੋ ਗਿਆ ਤਾਂ ਮੈਂ ਕਿਹਾ ਜੇ ਅੱਗੇ ਨਹੀਂ ਹੋਣ ਦਿੱਤਾ ਤੇ ਹੁਣ ਨੂੰ ਨਹੀਂ ਦੇਣਾ। ਹਾਂਜੀ, ਦਾਸ ਉਸ ਦਿਨ ਤੋਂ ਡਿਊਟੀ ਕਰਨ ਲੱਗ ਗਿਆ। ਫਿਰ ਦੁਬਾਰਾ ਜੀ 15 ਦਿਨਾਂ ਬਾਅਦ ਅਟੈਕ ਹੋਣ ਤੋਂ ਬਾਅਦ 15 ਦਿਨਾਂ ਬਾਅਦ ਮੈਂ ਦਾਸ ਡਿਊਟੀ ਸ਼ੁਰੂ ਕਰ ਦਿੱਤੀ। ਔਰ ਜਿਸ ਦਿਨ
ਫਿਰ ਅਸੀਂ ਆਪਣੇ ਘਰ ਵਿੱਚ ਸਲਾਹ ਕੀਤੀ ਵੀ ਬਾਈਪਾਸ ਸਰਜਰੀ ਕਰਵਾਉਣੀ ਸੀ, ਹਾਂਜੀ ਤੇ ਚੰਡੀਗੜ੍ਹ ਮਲਵੀ ਦਾਸ ਨੇ ਮਲਵੀ ਸਰਜਰੀ ਕਰਵਾਈ ਉੱਥੋਂ। ਅੱਛਾ ਜੀ ਦੀਵਾਲੀ ਤੇ ਅਸੀਂ ਦੀਵਾਲੀ ਤੋਂ ਦੂਜੇ ਦਿਨ ਬਾਅਦ ਅਸੀਂ ਚਲੇ ਗਏ, ਹਾਂਜੀ ਤੇ ਉਦੋਂ ਬਾਅਦ ਫਿਰ ਅਸੀਂ 8-10 ਦਿਨ ਬਾਅਦ ਉਹਨਾਂ 8 ਦਿਨ ਰੱਖਿਆ ਸਾਨੂੰ ਉੱਥੇ। ਹਾਂਜੀ 8ਵੇਂ ਦਿਨ ਜਾ ਕੇ ਤੇ ਫਿਰ ਉਹਨਾਂ ਸਾਡੀ ਸਰਜਰੀ ਕਰਤੀ। ਪੀਜੀਆਈ ਕਰਵਾਈ ਜੀ? ਹਾਂਜੀ ਪੀਜੀਆਈ ਚ ਨਹੀਂ ਪੀਜੀਆਈ ਨਹੀਂ, ਉਹ ਦੂਜਾ ਜਿਹੜਾ ਰਾਧਾ ਸਮੀ ਤੇ ਜਵਾਈ ਦਾ ਵਾ। ਠੀਕ ਹੈ ਜੀ ਹਾਂਜੀ ਠੀਕ ਹੈ ਬਹੁਤ ਵਧੀਆ ਜੀ। ਔਰ ਤੁਸੀਂ ਰੱਬ ਦੇ ਨਾਲ ਇੱਕ ਮੇਕ ਹੋਏ ਜੇ। ਹਾਂਜੀ ਤੇ ਉੱਥੋਂ ਫਿਰ ਮਤਲਬ ਅਸੀਂ ਆ ਕੇ ਤੇ ਦਾਸ ਮਨ ਵੀ ਫਿਰ ਆਪਣੇ 2 ਮਹੀਨੇ ਬਾਅਦ ਐਡਾ ਵੱਡਾ ਆਪਰੇਸ਼ਨ ਜੋ ਮਤਲਬ ਵੀ ਇੱਥੋਂ ਦਾਸ ਨੂੰ ਹਾਰ ਕੱਟ ਕੇ ਆਹ ਹੱਡੀ ਜਿਹੜੀ ਆ ਹਾਂਜੀ ਇੱਥੋਂ ਕੱਟ ਕੇ ਤੇ ਤੋਂ ਧੁਨੀ ਤੱਕ ਪਾੜਿਆ ਜੀ। ਠੀਕ ਹੈ ਤੇ ਦਾਸ ਨੂੰ ਮਤਲਬ ਵੀ ਫਿਰ ਐਡੇ ਵੱਡਾ ਆਪਰੇਸ਼ਨ ਹੋਣ ਦੇ ਬਾਵਜੂਦ ਵੀ ਇਹ ਬਖਸ਼ਾਂ ਗੁਰੂ ਅਮਰਦਾਸ ਜੀ ਦੀਆਂ ਜਿਹੜੀਆਂ ਸੀ ਨਾ ਮੇਰੇ ਤੇ, ਵਾਹ ਵਾਹ। ਉਹ ਮੇਰੇ ਨਾਲ ਸੀਗੀਆਂ, ਤੇ 2 ਮਹੀਨਿਆਂ ਬਾਅਦ ਜਾ ਕੇ ਇਹ ਡਿਊਟੀ ਸ਼ੁਰੂ ਕਰ ਦਿੱਤੀ। ਹਾਂਜੀ ਇਹ ਨਗਰ ਸ੍ਰੀ ਗੋਂਦਵਾਲ ਸਾਹਿਬ ਦਾ ਜਿੱਥੇ ਗੁਰੂ ਦੀਆਂ ਬਖਸ਼ਿਸ਼ਾਂ ਨੇ, ਔਰ ਇੱਥੇ ਇਤਿਹਾਸ ਦੱਸਦਾ ਕਿ 8 ਗੁਰੂਆਂ ਦੀ ਚਰਨ ਛੋਹ ਪ੍ਰਾਪਤ ਆ, ਜੀ ਔਰ ਇੰਨੇ ਗੁਰੂਆਂ ਦੀ ਇਹ ਗੁਰੂਆਂ ਦੀ ਧਰਤੀ ਵੀ ਹੈ। ਇੱਥੇ ਦੇ ਲੋਕ ਜਿਵੇਂ ਤੁਸੀਂ ਜੇ ਗੁਰੂ ਨਾਲ ਜਿਹੜੇ ਜੁੜ ਗਏ ਉਹ ਫਿਰ ਗੁਰੂ ਅਮਰਦਾਸ ਜੀ ਦੇ ਹੀ ਬਣ ਗਏ, ਬਣ ਗਏ ਜੀ। ਤੇ ਜਿਹੜੇ ਬਣ ਗਏ ਉਹਨਾਂ ਨੂੰ ਫਿਰ ਦੁੱਖ ਕੋਈ ਨਹੀਂ ਆਉਂਦਾ। ਜੇ ਦੁੱਖ ਆਉਂਦਾ ਫਿਰ ਉਹ ਆਪੇ ਹੀ ਠੀਕ ਕਰਾਉਂਦਾ। ਬਿਲਕੁਲ ਤੁਸੀਂ ਬੜੇ ਪੁਰਾਣ ਵੀ ਰਹੇ ਹੋ, ਔਰ ਘਟਨਾ ਸਾਨੂੰ ਤੁਸੀਂ ਬਿਆਨ ਕੀਤੀ ਹੈ। ਗੋਂਦਵਾਲ ਸਾਹਿਬ ਨਗਰ ਵਿੱਚ ਤੁਸੀਂ ਬਚਪਨ ਤੋਂ ਜਨਮ ਤੋਂ ਹੀ ਰਹੇ ਹੋ, ਜੀ। ਤੇ ਤੁਹਾਨੂੰ ਇੱਥੇ ਰਹਿ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਇਹ ਤੇ ਅਸੀਂ ਜਾਣ ਲਿਆ ਜੀ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੋਇਆ। ਤੁਸੀਂ ਗਰੀਬੀ ਵਿੱਚੋਂ ਵੀ ਉੱਠੇ, ਤੁਸੀਂ ਬਹੁਤ ਸਾਰੇ ਐਸੇ ਬੜੇ ਔਖੇ ਸਮੇਂ ਵੀ ਵੇਖੇ, ਗਰੀਬੀ ਵੀ ਵੇਖੀ, ਗਰੀਬੀ ਵੀ ਹੰਢਾਈ, ਤੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਵੀ ਤੁਹਾਨੂੰ ਸਤਿਗੁਰ ਨੇ ਵਾਹਿਗੁਰੂ ਨੇ ਦਿੱਤੇ। ਤੁਹਾਡੇ ਇਹ ਵਿਚਾਰ ਅਨੁਸਾਰ ਇਹ ਧਰਤੀ ਗੋਂਦਵਾਲ ਸਾਹਿਬ ਦੀ ਗੁਰੂਆਂ ਦੀ ਧਰਤੀ ਹੈ। ਇੱਥੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਇੱਥੇ ਕੀਰਤਨ ਕਰਕੇ ਤੁਹਾਨੂੰ ਜੋ ਆਨੰਦ ਪ੍ਰਾਪਤ ਹੋਇਆ, ਜੀ ਕਿਤੇ ਹੋਰ ਕਰਕੇ ਵੀ ਆਨੰਦ ਪ੍ਰਾਪਤ ਹੋਇਆ? ਬਸ ਜੀ ਇਹ ਤੇ ਸਤਿਗੁਰੂ ਹੀ ਜਾਣਦੇ ਨੇ, ਕਿਉਂਕਿ ਜਿਹੜੀ ਬਖਸ਼ਿਸ਼ ਇੱਥੇ ਸੀਗੀ ਜੀ। ਉਹ ਹੋਰ ਕਿਤੇ ਨਹੀਂ ਮਿਲੀ। ਕੀਰਤਨ ਬਹੁਤ ਜਗ੍ਹਾ ਕੀਤਾ ਹੈ ਠੀਕ ਹੈ ਜੀ। ਜੀ, ਪਰ ਜੋ ਬਖਸ਼ਿਸ਼ ਮੇਰੇ ਤੇ ਹੋਈ ਆ ਉਹ ਸਭ ਤੋਂ ਜ਼ਿਆਦਾ ਇੱਥੇ ਹੈ। ਤੇ ਗੁਰੂ ਅਮਰਦਾਸ ਜੀ ਦੇ ਬਾਰੇ ਭੱਟਾਂ ਨੇ ਕਾਵਿ ਭਲ ਉਹਨੇ ਜੋ ਗਾਵੇ, ਜੀ ਉਹ ਇਹ ਸ਼ਬਦ ਸਾਨੂੰ ਗਾਇਨ ਕਰਕੇ ਸੁਣਾਓ। ਜ਼ਰੂਰ। ਹਾਂਜੀ ਪੂਰਾ ਸ਼ਬਦ ਸੁਣਾਓ ਤੇ ਬਹੁਤ ਵਧੀਆ ਹੋਵੇ। ਠੀਕ ਹੈ। ਹਾਂਜੀ ਪੂਰਾ ਧਨ ਹਾਰ ਜੂਗ ਬਸੋ ਰਵ ਸਸ ਕਿਰ ਉਦਰ ਸਾਧੀ
ਵਧੀਆ ਜੀ, ਬਹੁਤ ਸੁਰੀਲੀ ਆਵਾਜ਼ ਔਰ ਦਮਦਾਰ ਆਵਾਜ਼, ਇੰਨੀ ਉਮਰ ਵਿੱਚ ਵੀ ਸੇਵਾ ਮੁਕਤ ਹੋ ਕੇ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਸ਼ੁਕਰੀਆ। ਬਹੁਤ ਮਿੱਠੀ ਆਵਾਜ਼ ਔਰ ਬਹੁਤ ਰੂਹ ਨਾਲ ਸ਼ਬਦ ਤੁਸੀਂ ਗਾਇਨ ਕੀਤਾ। ਹੁਣ ਸਾਨੂੰ ਇਹ ਦੱਸੋ ਵੀ ਤੁਸੀਂ ਆਪਣੇ ਪਰਿਵਾਰ ਵਿੱਚ ਸੰਤੁਸ਼ਟ ਜੀ? ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ, ਬਹੁਤ ਵਧੀਆ ਜੀ। ਤੇ ਸੇਵਾ ਮੁਕਤੀ ਤੋਂ ਬਾਅਦ ਦਾ ਜੀਵਨ ਤੇ ਆਪਣੀ ਸਰਵਿਸ ਦਾ ਜੀਵਨ, ਇਹਨਾਂ ਦੋਹਾਂ ਵਿੱਚ ਤੁਹਾਨੂੰ ਕਿਹੜਾ ਜੀਵਨ ਵਧੀਆ ਲੱਗਿਆ? ਦੇਖੋ ਜੀ, ਦਾਸ ਨੇ ਜਿਸ ਵੇਲੇ ਇੱਥੋਂ ਸੇਵਾ ਮੁਕਤ ਹੋਏ ਤੇ ਸੰਤ ਬਾਬਾ ਕਰਤਾਰ ਸਿੰਘ ਜੀ, ਜਿਨ੍ਹਾਂ ਦੇ ਨਾਲ ਮੇਰਾ ਬਹੁਤ ਅਥਾਹ ਪਿਆਰ ਸੀ, ਜੀ 84 ਦੇ ਵਿੱਚ ਹੀ ਉਹ ਆਏ ਤੇ 84 'ਚ ਹੀ ਦਾਸ ਆ ਗਿਆ ਸੀ ਤਕਰੀਬਨ। ਤੇ ਜਦੋਂ ਮੇਰੀ ਡਿਊਟੀ ਸ਼ੁਰੂ ਹੋਈ ਤੇ ਦਾਸ ਦਾ ਔਰ ਬਾਬਾ ਜੀ ਦਾ ਕਮਰਾ ਆਮੋ ਸਾਹਮਣੇ ਸੀ। ਠੀਕ ਹੈ ਜੀ। ਔਰ ਦਾਸ ਨੂੰ ਜਿਸ ਵੇਲੇ ਵੀ ਉਹਨਾਂ ਨੇ ਬਾਹਰ ਕਿਸੇ ਸੇਵਕ ਦੇ ਘਰ ਜਾਣਾ, ਬਾਬਾ ਜੀ ਆਪ ਖੁਦ ਕੀਰਤਨ ਕਰਦੇ ਸਨ, ਤੇ ਦਾਸ ਨੂੰ ਕਹਿਣਾ ਵੀ ਸੁਰਨ ਸਿੰਘ ਚੱਲ ਬਈ ਜੀ ਆਪਾਂ ਜਾਣਾ ਹੈ ਪ੍ਰੇਮੀਆਂ ਦੇ ਘਰੇ ਠੀਕ ਹੈ ਕੀਰਤਨ ਕਰਨ ਵਾਸਤੇ। ਤੇ ਦਾਸ ਨੇ ਉਹਨਾਂ ਦੇ ਨਾਲ ਤਬਲੇ ਦੀ ਸੇਵਾ ਕਰਨੀ। ਠੀਕ ਹੈ। ਤੇ ਉਸ ਤੋਂ ਬਾਅਦ ਜਿਸ ਵਕਤ ਬਾਬਾ ਜੀ ਸੁਰਗਵਾਸ ਹੋ ਗਏ ਤੇ ਉਹਨਾਂ ਦੀ ਬਰਸੀ ਤੇ ਦਾਸ ਧਰਮਸ਼ਾਲਾ ਵਿਖੇ ਕੀਰਤਨ ਦੀ ਡਿਊਟੀ ਕਰਨ ਵਾਸਤੇ ਜਾਂਦਾ ਰਿਹਾ। ਔਰ ਜੋ ਅੱਜ ਉਹਨਾਂ ਦੀ ਜਗ੍ਹਾ ਤੇ ਬਾਬਾ ਅਵਤਾਰ ਸਿੰਘ ਜੀ ਹਨ, ਉਹਨਾਂ ਨੂੰ ਮੈਂ ਕਹਿਣਾ ਬਾਬਾ ਜੀ ਮੇਰੀ ਰਿਟਾਇਰਮੈਂਟ ਆ ਗਈ ਆ, ਆਸੇ 'ਚ ਉਹਨਾਂ ਨੂੰ ਕਹਿਣਾ, ਤੇ ਉਹਨਾਂ ਨੇ ਕਹਿਣਾ ਵੀ ਮੈਂ ਕਹਿ ਦੇਣਾ ਵੀ ਮੈਂ ਹੁਣ ਤੁਹਾਡੇ ਕੋਲ ਆ ਜਾਣਾ। ਜੀ ਉਹਨਾਂ ਕਹਿਣਾ ਕੋਈ ਗੱਲ ਨਹੀਂ, ਆ ਜੇ। ਔਰ ਮੈਂ ਉਹਨਾਂ ਕੋ ਹੁਣ ਵੀ ਜਦੋਂ ਡਿਊਟੀ ਦੇ ਕਰਕੇ ਜਾਣਾ ਤੇ ਆਉਣਾ। ਇੱਕ ਦਿਨ ਐਸੇ ਹੀ ਜਦੋਂ ਦਾਸ ਬਾਬੀ ਅਜੇ ਠੀਕ ਨਹੀਂ ਸੀ ਪੂਰਾ, ਠੀਕ ਹੈ ਆਪਣੀ ਚੈੱਕਅਪ ਕਰਾ ਕੇ ਆਇਆ ਸੀਗਾ ਜੀ। ਓਟੀ ਜਦੋਂ ਚੰਡੀਗੜ੍ਹ ਤੋਂ, ਹਾਂਜੀ ਤੇ ਅਚਾਨਕ ਫੋਨ ਆਇਆ ਬਾਬਾ ਜੀ ਦਾ, ਸਰਨ ਸਿੰਘ ਕਿੱਥੇ ਹੈ ਬਈ? ਮੈਂ ਬਾਬਾ ਜੀ ਨੂੰ ਕਿਹਾ, ਮੈਂ ਬਾਬਾ ਜੀ ਮੈਂ ਘਰੇ ਹੀ ਹਾਂ ਜੀ। ਤੇ ਤੂੰ ਤਾਂ ਕਹਿੰਦਾ ਸੀ ਮੇਰੀ ਰਿਟਾਇਰਮੈਂਟ ਹੋ ਗਈ ਤਾਂ ਮੈਂ ਤੇਰੇ ਕੋਲ ਆ ਜਾਣਾ। ਤੇ ਮੈਂ ਕਿਹਾ ਬਾਬਾ ਜੀ ਦਾਸ ਨੂੰ ਇਸ ਤਰ੍ਹਾਂ ਅਟੈਕ ਹੋ ਗਿਆ ਸੀਗਾ ਤੇ ਉਹਦਾ ਕਰਕੇ ਡਾਕਟਰ ਨੇ ਥੋੜ੍ਹਾ ਮਨਾ ਕੀਤਾ ਸੀ, ਠੰਡ ਠੁੰਡ ਬਹੁਤ ਪਈ ਸੀ। ਜੀ ਬਾਬਾ ਜੀ ਕਹਿੰਦੇ ਵੀ ਜਾ ਫਿਰ ਘਰ ਪਤਾ ਬੀਬੀ ਭਾਨੀ, ਉਹਨਾਂ ਦਾ ਡੇਰਾ ਹੈ ਜੋ ਬੀਬੀ ਭਾਨੀ, ਹਾਂਜੀ ਉੱਥੇ ਮੈਂ ਤੇ ਮੇਰਾ ਬੇਟਾ ਵੱਡਾ ਅਸੀਂ ਗਏ ਤੇ ਉੱਥੇ ਜਾ ਕੇ ਗੱਲਬਾਤ ਕੀਤੀ। ਜੋ ਗ੍ਰੰਥੀ ਸਿੰਘ ਸੀ, ਗ੍ਰੰਥੀ ਸਿੰਘ ਨੂੰ ਕਿਹਾ ਵੀ ਭਾਈ ਅਸੀਂ ਬਾਬਾ ਜੀ ਨੇ ਭੇਜਿਆ ਵੀ ਇੱਥੇ ਕੀਰਤਨ ਦੀ ਡਿਊਟੀ ਸ਼ੁਰੂ ਕਰਨੀ ਹੈ ਤੇ ਦੱਸੋ ਵੀ ਕੀ ਤੁਹਾਡਾ ਟਾਈਮ ਹੈ, ਕੀ ਗੱਲਬਾਤ ਹੈ। ਹਾਂਜੀ ਤੇ ਪਹਿਲਾਂ ਤਾਂ ਬੜੇ ਪਿਆਰ ਨਾਲ ਬੋਲਿਆ, ਕਹਿੰਦਾ ਜੀ ਦਾਸ ਮਤਲਬ ਵੀ ਇੰਨੇ ਤੋਂ ਇੰਨੇ ਡਿਊਟੀ ਸਵੇਰੇ ਪ੍ਰਕਾਸ਼ ਕਰਦਾ 4 ਵਜੇ, 5 ਵਜੇ ਨਿਤਨੇਮ ਕਰਦਾ ਜੀ, ਤੇ ਸ਼ਾਮੀ ਮਤਲਬ ਵੀ ਰਹਿ ਰਾਤ ਦੀ ਡਿਊਟੀ ਹੁੰਦੀ। ਤੇ ਮੈਂ ਪੁੱਛਿਆ ਵੀ ਹੁਣ ਮਤਲਬ ਵੀ ਕਰ ਲਈ ਹੈ, ਰਹਿ ਰਾਤ ਕਰਨੀ ਹੈ? ਅਜੇ 4 ਹੀ ਵਜੇ ਸਨ। ਹਾਂਜੀ ਤੇ ਕਹਿੰਦਾ ਜੀ ਨਹੀਂ ਹੋ ਗਈ ਹੈ ਰਹਿ ਰਾਤ। ਇਹ ਸਰਦੀ ਦੇ ਦਿਨ ਜੀ? ਨਾ ਜੀ ਨਾ, ਅਸਾਂ ਜੋ ਇਹੀ ਦੇ ਇਹੀ ਦਿਨ ਜਨਵਰੀ ਮਾਰਚ ਦੀ? ਮਾਰਚ ਦੀ। ਠੀਕ ਹੈ। ਤੇ ਮੈਂ ਕਿਹਾ ਵੀ ਉਹ ਇਹ ਕਿਹੜਾ ਟਾਈਮ ਹੈ ਜੀ ਰਹਿ ਰਾਤ ਦਾ, ਜਿਹੜਾ ਮਤਲਬ 4 ਵਜੇ ਮਤਲਬ ਵੀ ਰਹਿ ਰਾਤ ਹੋ ਗਈ? ਠੀਕ ਹੈ। ਕਹਿੰਦੇ ਨਹੀਂ ਜੀ ਹੋ ਗਈ। ਅੱਛਾ। ਫਿਰ ਉਹਨਾਂ ਦੀ ਜੋ ਲਹਿਜਾ ਸੀ ਉਹ ਬਦਲ ਗਿਆ। ਲੱਗੇ ਬਾਬਾ ਜੀ ਸਵੇਰੇ ਆ ਕੇ ਚਾਬੀਆਂ ਲੈ ਲਿਓ। ਤੇ ਦਾਸ ਨੇ ਬਾਬਾ ਜੀ ਨੂੰ ਫੋਨ ਕੀਤਾ ਵੀ ਬਾਬਾ ਜੀ ਅੱਜ ਗੱਲ ਕਹਿ ਰਹੇ ਨੇ, ਤੇ ਮੈਨੂੰ ਬਾਬਾ ਜੀ ਨੇ ਕਿਹਾ ਵੀ ਸਵੇਰੇ ਆ ਕੇ ਚਾਬੀਆਂ ਲੈ ਲਿਓ। ਦਾਸ ਨੇ ਹੁਣ ਵੀ 2 ਜਨਵਰੀ ਨੂੰ ਉੱਥੋਂ ਆਪਣੀ ਸੇਵਾ ਮੁਕਤੀ ਲਈ ਹੈ। ਅੱਛਾ ਜੀ। ਹਾਂਜੀ। ਤੇ ਦਾਸ ਦੇ ਗੁਰਦੁਆਰਾ ਬੋਲੀ ਸਾਹਿਬ ਤੋਂ ਵੀ 2 ਜਨਵਰੀ ਨੂੰ ਮੇਰੀ ਰਿਟਾਇਰਮੈਂਟ ਸੀ। ਮਹਾਰਾਜ ਜੀ ਦੇਖੋ ਅਚਾਨਕ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਇਹ ਵੀ 2 ਜਨਵਰੀ ਨੂੰ ਮੈਂ ਇੱਥੋਂ ਡਿਊਟੀ ਛੱਡੀ ਹੈ ਜੀ। ਇਹ ਹੈ ਬਖਸ਼ਿਸ਼ ਗੁਰੂ ਅਮਰਦਾਸ ਜੀ ਦੀ। ਹਾਂਜੀ ਹਾਂਜੀ। ਦਾਸ ਨੇ ਇੱਥੇ 6 ਸਾਲ ਇੱਥੇ ਮਤਲਬ ਵੀ ਸੇਵਾ ਨਿਭਾਈ, ਉੱਥੇ ਜਿੱਥੇ ਕੋਈ ਕੁਛ ਨਹੀਂ ਸੀ। ਹਾਂਜੀ। ਦਾਸ ਨੇ ਜਾ ਕੇ ਸ਼ਿੱਡ ਵਾਸ਼ ਬੇਸ਼ਨ ਹੋਰ ਐਰਾ ਵਗੈਰਾ ਮਤਲਬ ਵੀ ਗਲੀਆਂ ਤੱਕ ਮਤਲਬ ਵੀ ਜੋ ਹੋਰ ਵੀ ਬੂਹੇ ਬਾਰੀਆਂ ਦੀ ਸੇਵਾ ਜਿੰਨੀ ਵੀ ਸੀ ਉਹ ਦਾਸ ਕੋ ਹੋਈ। ਹਾਂਜੀ। ਆਪਣੇ ਗੁਰੂ ਅਮਰਦਾਸ ਜੀ ਨੇ ਕਰਵਾਈ ਜੀ, ਗੁਰੂ ਅਮਰਦਾਸ ਜੀ ਨੇ ਕਰਵਾਈ। ਔਰ ਨਾਲ ਜਨਰੇਟਰ ਵੀ ਜੋ ਸੀਗਾ ਜਿਹਦੀ ਬਹੁਤ ਘਾਟ ਸੀ ਡੇਰੇ ਦੇ ਵਿੱਚ,
ਉਹ ਜਨਰੇਟਰ ਵੀ ਲਿਆ ਕੇ ਰੱਖਿਆ ਜੀ। ਠੀਕ ਹੈ ਜੀ, ਬਹੁਤ ਵਧੀਆ ਜੀ। ਤੁਹਾਡੇ ਅਨੁਸਾਰ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਜਿਉਣ ਦਾ ਸਵਾਦ ਤੇ ਆਜ਼ਾਦ ਰਹਿਣ ਵਿੱਚ ਦਾ ਸਵਾਦ, ਦੋਵਾਂ ਵਿੱਚੋਂ ਕਿਹੜਾ ਜ਼ਿਆਦਾ ਆਨੰਦਮਈ ਜੀਵਨ ਆ? ਜਿਹੜੀ ਬਖਸ਼ਿਸ਼ ਗੁਰੂ ਦੇ ਚਰਨਾਂ ਵਿੱਚ ਹੈ ਜੀ, ਉਹ ਕਿਤੇ ਨਹੀਂ। ਆਜ਼ਾਦ ਰਹਿਣ ਵਿੱਚ ਨਹੀਂ, ਨਹੀਂ, ਭਾਵੇਂ ਗੁਲਾਮੀ ਹੋਵੇ ਪਰ ਗੁਰੂ ਦੀ ਹੋਵੇ। ਗੁਰੂ ਦੀ ਹੋਵੇ। ਗੁਰੂ ਬਿਲਕੁਲ ਸਾਹਿਬ ਦੇ ਦਰੁਸਤ ਹੈ ਚਰਨਾਂ। ਜੀ। ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਉਤਰਾਅ ਚੜ੍ਹਾਅ ਵੇਖੇ ਤੇ ਬਹੁਤ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਪਰਾਮ ਵੀ ਹੋਏ, ਉਦਾਸ ਵੀ ਹੋਏ। ਗੁਰੂ ਅਮਰਦਾਸ ਜੀ ਤੁਹਾਡੇ ਪਾਸ ਆ ਕੇ ਤੁਹਾਨੂੰ ਕਿਸੇ ਵੀ ਜ਼ਰੀਏ ਨਾਲ ਉਹਨਾਂ ਨੇ ਤੁਹਾਡੀ ਮਦਦ ਕੀਤੀ ਔਰ ਤੁਸੀਂ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਦੀ ਸ਼ਰਨ ਵਿੱਚ ਰਹੇ। ਤੁਸੀਂ ਆਮ ਲੋਕਾਂ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਜੀ? ਸ੍ਰੀ ਗੋਇੰਦਵਾਲ ਸਾਹਿਬ ਦੇ ਜਿਹੜੇ ਵਸਨੀਕ ਨੇ ਜਾਂ ਹੋਰ ਲੋਕ ਆ ਜਿਹੜੇ YouTube ਚੈਨਲ ਤੇ ਅਨਮੋਲ ਅਸੀਸ ਕ੍ਰੀਏਸ਼ਨ ਰਾਹੀਂ ਆਪ ਜੀ ਦੀ ਇਹ ਮੁਲਾਕਾਤ ਅਸੀਂ ਦੂਰ ਦੂਰ ਤੱਕ ਪਹੁੰਚਾਵਾਂਗੇ YouTube ਚੈਨਲ ਰਾਹੀਂ। ਇਹ ਸੁਣਨ ਵਾਲਿਆਂ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਕਿ ਗੁਰੂ ਦੀ ਸ਼ਰਨ ਕੀ ਆ ਤੇ ਗੁਰੂ ਦਾ ਪਿਆਰ ਕੀ ਆ? ਕੋਈ ਆਪਣੇ ਵੱਲੋਂ ਸੰਦੇਸ਼ ਕੀ ਦੇਣਾ ਚਾਹੁੰਦੇ ਜੀ ਗੁਰੂ ਦੇ ਰਾਹੀਂ? ਬਸ ਜੀ ਇਹੀ ਹੈ ਸਾਡੇ ਲੋਕਾਂ ਨੂੰ, ਸਤਿਗੁਰੂ ਜੀ ਗੁਰੂ ਅਮਰਦਾਸ ਜੀ, ਕਿਉਂਕਿ ਜੋ ਮੇਰਾ ਭਾਈਚਾਰਾ ਆ, ਹਾਂਜੀ, ਸਾਡਾ ਮਹੱਲਾ ਆ, ਅਸੀਂ ਕਹਿੰਦੇ ਆ ਵੀ ਸਤਿਗੁਰੂ ਜੀ ਇਹਨਾਂ ਨੂੰ ਸਮਤ ਬਖਸ਼ਣ, ਆਪਣੇ ਚਰਨਾਂ ਨਾਲ ਜੋੜਨ। ਔਰ ਸਾਰੇ ਹੀ ਸੰਗਤ ਨੂੰ ਮੇਰੇ ਵੱਲੋਂ ਇਹੀ ਹੈ ਕਿ ਜੋ ਗੁਰੂ ਅਮਰਦਾਸ ਜੀ ਦਾ ਦਰ ਆ, ਉਹ ਸਭ ਤੋਂ ਵੱਡਾ ਦਰ ਆ, ਕਿਉਂਕਿ ਨਿਮਾਣਿਆਂ ਦਾ ਮਾਣ, ਨਥਾਣਿਆਂ ਦਾ ਦਾਨ, ਨਿਉਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਜਿਨ੍ਹਾਂ ਨੂੰ ਕਿ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਬਹੁਤ ਹੀ ਬਖਸ਼ਣਾ ਕਰਕੇ ਇਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭੇਜਿਆ ਔਰ ਇਹ ਨਗਰ ਵਸਾਉਣ ਨੂੰ ਕਿਹਾ। ਹਾਂਜੀ, ਅਸੀਂ ਭਾਈ ਸਵਰਨ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਬੋਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ, ਉਹਨਾਂ ਦੀ ਮੁਲਾਕਾਤ ਅਸੀਂ ਆਪ ਜੀ ਦੇ ਰੂਬਰੂ ਕਰ ਰਹੇ ਹਾਂ। ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਨਾਲ ਮੌਜੂਦ ਨੇ। ਅਸੀਂ ਉਹਨਾਂ ਨੂੰ ਵੀ ਕੁਝ ਸਵਾਲ ਪੁੱਛਣਾ ਚਾਹੁੰਦੇ ਹਾਂ। ਹਾਂਜੀ, ਤੁਸੀਂ ਦੱਸੋ ਜੀ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਵਰਿੰਦਰ ਕੌਰ। ਹਾਂਜੀ, ਤੁਹਾਨੂੰ ਗਿਆਨੀ ਸਵਰਨ ਸਿੰਘ ਜੋ ਗੁਰਦੁਆਰਾ ਬੋਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਤੋਂ ਸੇਵਾ ਮੁਕਤ ਹੋਏ ਨੇ, ਉਹਨਾਂ ਦੀ ਧਰਮ ਪਤਨੀ ਹੋਣ ਦਾ ਮਾਣ ਪ੍ਰਾਪਤ ਹੈ। ਤੁਹਾਨੂੰ ਕੋਈ ਇਹਨਾਂ ਨਾਲ ਕੋਈ ਗਿਲਾ ਸ਼ਿਕਵਾ ਹੈ? ਨਾ ਜੀ, ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ। ਸਾਡੀ ਜ਼ਿੰਦਗੀ ਬਹੁਤ ਹੀ ਵਧੀਆ ਬਤੀਤ ਹੋਈ ਹੈ। ਕਦੀ ਯਾਤਰਾ ਤੇ ਵੀ ਗਏ ਹੋਗੇ ਤੇ ਕਦੀ ਕਿਸੇ ਯਾਤਰਾ ਤੇ ਇਕੱਠੇ ਗਏ ਜੀ? ਹਾਂਜੀ, ਗਏ ਸੀ ਜੀ ਅਸੀਂ। ਕਿੱਥੇ ਗਏ ਤੁਸੀਂ? ਅਸੀਂ ਗਏ ਆ ਮੰਡੜੀ। ਕਿੱਥੇ ਗਏ ਸੀ? ਆਨੰਦਪੁਰ ਸਾਹਿਬ ਗਏ ਸੀ। ਹੋਰ ਵੀ ਮਤਲਬ ਚੰਡੀਗੜ੍ਹ ਵਗੈਰਾ ਇਸ ਤਰ੍ਹਾਂ ਘੁੰਮਣ ਫਿਰਨ ਜਾਂਦੇ ਹੀ ਰਹਿੰਦੇ ਸੀ। ਤੁਹਾਨੂੰ ਉਦੋਂ ਵਧੀਆ ਲੱਗਿਆ ਵੀ ਤੁਹਾਨੂੰ ਲੈ ਕੇ ਹਾਂਜੀ, ਬਹੁਤ ਵਧੀਆ ਲੱਗਦਾ ਤੇ ਸੀ। ਗੁਰੂ ਸਾਹਿਬਾਂ ਦੇ ਜਿਹੜੇ ਤੁਸੀਂ ਇਤਿਹਾਸਕ ਸਥਾਨਾਂ ਦੇ ਵੀ ਯਾਤਰਾ ਕੀਤੀ ਹਾਂਜੀ, ਤੇ ਉੱਥੇ ਵੀ ਤੁਸੀਂ ਜਿਹੜਾ ਉਹ ਆਨੰਦ ਮਾਣਿਆ ਪੂਰਾ? ਹਾਂਜੀ ਜੀ, ਪੂਰਾ ਜੀ, ਵਧੀਆ ਰਿਹਾ, ਬਹੁਤ ਹੀ ਵਧੀਆ ਰਿਹਾ। ਤੁਸੀਂ ਆਪਣੀ ਜਿਹੜੀ ਤੁਹਾਡੇ ਦੋ ਬੱਚੇ ਆ, ਉਹ ਸਾਨੂੰ ਗਿਆਨੀ ਜੀ ਹੋਰਾਂ ਨੇ ਦੱਸਿਆ ਕਿ ਦੋ ਉਹਨਾਂ ਦੇ ਬੱਚੇ ਨੇ, ਲੜਕੇ, ਦੋ ਲੜਕੀਆਂ, ਤੇ ਇੱਕ ਲੜਕਾ ਵਿਆਹਿਆ, ਦੋ ਲੜਕੀਆਂ ਵਿਆਹੀਆਂ ਹੋਈਆਂ ਨੇ। ਹਾਂਜੀ, ਉਹ ਆਪਣੇ ਘਰ ਖੁਸ਼ ਨੇ ਤੇ ਇੱਕ ਬੇਟਾ ਵਿਆਹਿਆ, ਜਿਹੜਾ ਬੇਟਾ ਤੁਹਾਡਾ ਵਿਆਹਿਆ ਉਹ ਹੁਣ ਬਾਹਰ ਰਹਿ ਰਿਹਾ। ਹਾਂਜੀ, ਉਹ ਤੁਸੀਂ ਕਈ ਵਾਰੀ ਮਾਵਾਂ ਨੂੰ ਹੁੰਦਾ ਵੀ ਬੇਟਾ ਬਾਹਰ ਗਿਆ, ਤੁਹਾਨੂੰ ਉਹ ਬੇਟੇ ਦੀ ਯਾਦ ਆਉਂਦੀ ਕਦੀ? ਬਹੁਤ ਜੀ, ਬਹੁਤ ਯਾਦ ਤੇ ਬਹੁਤ ਹੀ ਜ਼ਿਆਦਾ ਹੁੰਦੀ। ਤੇ ਤੁਸੀਂ ਵੀ ਮਾਂ ਜਾਂ ਬੱਚਾ ਕੋਈ ਕਹਿ ਥੋੜੀ ਸਕਦਾ ਕਿ ਸਾਡੇ ਤੋਂ ਅਲੱਗ ਰਵੇ। ਠੀਕ ਹੈ। ਇਹ ਤੇ ਹੁਣ ਢਿੱਡ ਮਹਾਰਾਜ ਨੇ ਇਸ ਤਰ੍ਹਾਂ ਦਾ ਲਾਇਆ ਵੀ ਮਜਬੂਰੀ ਨੂੰ ਜਾਣਾ ਪੈਂਦਾ ਵਾ ਆਪਣੇ ਬੱਚਿਆਂ ਤੋਂ ਅਲੱਗ। ਆ ਵੇਖੋ ਉਹਦੀ ਬੇਟੀ ਆ, ਉਹ ਵੀ ਅੱਜ ਕਹਿਣੀ ਮੈਨੂੰ ਬਹੁਤ ਯਾਦ ਆਉਣ ਡਈ ਪਾਪਾ ਦੀ। ਠੀਕ ਹੈ। ਹਾਂਜੀ, ਮੈਂ ਬਹੁਤ ਭਾਵੁਕ ਹੋ ਗਏ ਨੇ ਇਹਨਾਂ ਦੀ ਧਰਮ ਪਤਨੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਅਸੀਂ ਤੁਹਾਡਾ ਬਹੁਤ ਸਾਰਾ ਟਾਈਮ ਲਿਆ ਔਰ ਅਸੀਂ ਇਹ ਤੁਹਾਡੀ ਮੁਲਾਕਾਤ ਸਾਡੇ ਲਈ, ਲੋਕਾਂ ਲਈ, ਸਾਰੀ ਸੰਗਤ ਲਈ ਬਹੁਤ ਵਧੀਆ ਰਹੇਗੀ। ਮੈਂ ਇਹ ਸਾਰਿਆਂ ਨੂੰ ਬੇਨਤੀ ਕਰਦਾ, YouTube ਚੈਨਲ ਦੇ ਰਾਹੀਂ ਸਾਡਾ ਜੋ ਮਾਧਿਅਮ ਹੈ ਅਨਮੋਲ ਅਸੀਸ ਕ੍ਰੀਏਸ਼ਨ ਚੈਨਲ, ਇਹਦੇ ਰਾਹੀਂ ਜੋ ਵੀ ਸਾਡੇ ਸੁਣਨ ਵਾਲੇ ਔਰ ਇਸ ਵੀਡੀਓ ਨੂੰ ਵੇਖਣ ਵਾਲੇ ਇਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।